3 ਮਹੀਨੇ ਦਾ ਗਰਭ 'ਚ ਸੀਗਾ ਜੀ ਜਦੋਂ ਬਾਪ ਨੇ ਕੱਢ ਦਿੱਤਾ ਜੀ ਇਹਨੂੰ ਘਰੋਂ। ਮੇਰਾ ਬੱਚਾ ਨਹੀਂ ਮਾਂ ਦਰ ਦੀਆਂ ਠੋਕਰਾਂ ਲੈ ਕੇ ਇਹਨੂੰ ਘਰ ਬਾਹਰ ਆ ਗਈ ਸੜਕ ਤੇ ਇੱਕ ਬੰਦੇ ਨੇ ਇਹਨਾਂ ਨੂੰ ਦੇਖਿਆ ਵੀ ਇੱਕ ਭੈਣ ਘੁੰਮ ਰਹੀ ਆ, ਉਹਨੂੰ ਰੱਖ ਲਿਆ, ਉਹਦਾ ਮਿਸਯੂਜ਼ ਕਰਨ ਲੱਗ ਪਿਆ, ਉਹਨੂੰ ਉਹਦੇ ਨਾਲ ਧੰਦਾ ਕਰਵਾਉਣ ਲੱਗ ਪਿਆ। ਕਰਦੇ ਇਹਦਾ ਬੱਚੇ ਦਾ ਜਦੋਂ ਟਾਈਮ ਆਇਆ ਜਨਮ ਲੈਣ ਦਾ, ਭੈਣ ਉਹ ਬਾਥਰੂਮ ਕਰਨ ਤੜਕੇ 4 ਵਜੇ ਬਾਹਰ ਗਈ ਤੇ ਉੱਥੇ ਬਾਥਰੂਮ ਬੱਚੇ ਨੂੰ ਜਨਮ ਦਿੱਤਾ। ਫਿਰ ਬਾਅਦ ਦੇ ਵਿੱਚ ਉਹ ਬੰਦਾ ਇਹਦਾ ਵੀ ਮਿਸਯੂਜ਼ ਕਰਨ ਲੱਗ ਪਿਆ, ਤੂੰ ਭੀਖ ਮੰਗਾਉਣ ਲੱਗ ਪਿਆ, ਮਾਂ ਤੋਂ ਤਾਂ ਧੰਦਾ ਕਰਵਾਉਂਦਾ ਸੀ। ਕਰਦੇ ਫਿਰ ਸਾਡੇ ਨੌਲੇਜ 'ਚ ਆਇਆ ਤੇ ਫਿਰ ਅਸੀਂ ਉਸ ਬੰਦੇ ਦੇ ਨਾਲ ਕਾਰਵਾਈ ਕਰਵਾ ਕੇ ਇਸ ਬੱਚੇ ਨੂੰ ਤੇ ਇਹਦੀ ਮਾਤਾ ਨੂੰ ਇੱਥੇ ਲੈ ਕੇ ਆਏ ਆ। ਭਗਤਾਂ ਨੇ ਰੱਬ ਬਸ ਕੀਤਾ ਪ੍ਰੇਮ ਦੀਆਂ ਪਾ ਕੇ ਡੋਰਾਂ। ਇੱਕ ਗੁਰਸਿੱਖ ਸੀਗੇ ਜੀ, ਪਹਿਲਾਂ ਪਾਠੀ ਸਿੰਘ ਸੀ, ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਾਠੀ ਸਿੰਘ ਦੀ ਡਿਊਟੀ ਕਰ ਰਹੇ ਸੀ। ਇਹ ਤਕਰੀਬਨ ਕਿ 32 ਸਾਲ ਬਾਅਦ ਕਮਰੇ ਚੋਂ ਕੱਢਿਆ ਜੀ। ਇਹਨਾਂ ਦੀਆਂ ਜਟਾਂ ਬਣ ਚੁੱਕੀਆਂ ਸੀ ਥੱਲੇ ਤੱਕ, ਇੰਨੇ ਹਾਲਾਤ ਮਾੜੇ ਹੋ ਚੁੱਕੇ ਸੀਗੇ ਤੇ ਇਹਨਾਂ ਨੇ ਨਾਲੀ ਦੇ ਵਿੱਚੋਂ ਚੱਕ ਕੇ ਖਾਣੀ, ਕਦੀ ਜੋ ਵੀ ਨਾਲੀ 'ਚ ਪਿਆ ਹੋਣਾ ਖਾਣਾ। ਇਹਨਾਂ ਦੇ ਕੋਈ ਘਰ ਦੇ ਵਿੱਚ ਪ੍ਰੋਬਲਮ ਹੋ ਗਈ, ਇਹਨਾਂ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ। 32 ਸਾਲ ਬਾਅਦ ਅਸੀਂ ਕਮਰੇ 'ਚੋਂ ਕੱਢੇ, ਪਿੰਡ ਦਿਆਂ ਨੇ ਕੋਈ ਰੋਟੀ ਪਾਣੀ ਦੇਣਾ ਤੇ ਇਹ ਰੋਟੀ ਖਾ ਲੈਂਦੇ ਸੀ, ਇਹ ਤਾਂ ਭੁੱਖੇ ਤੇ ਆਏ ਸੌਂਦੇ ਸੀ। ਪਿੰਡ ਢੱਟਾਂ ਤੋਂ ਆ ਜੀ। ਇਹਨਾਂ ਦੇ ਗੋਡੇ ਦੇ ਵਿੱਚ ਕੀੜੇ ਸੀਗੇ ਥੱਲੇ ਜੀ। ਇਹ ਸਾਰੀ ਜ਼ਿੰਦਗੀ ਜ਼ਿਮੀਂਦਾਰ ਨੇ ਕੰਮ ਕਰਵਾ ਕੇ ਬਾਅਦ 'ਚ ਧੱਕਾ ਦੇ ਦਿੱਤਾ। ਇਹਨਾਂ ਦੇ ਲੱਤ ਦੇ ਗੋਡੇ ਦੇ ਥੱਲੇ ਕੀੜੇ ਪੈ ਗਏ। ਉਹਨੂੰ ਚੱਕ ਕੇ ਇਲਾਜ ਕਰਾਉਣ ਦੀ ਬਜਾਏ ਉਸ ਜ਼ਿਮੀਂਦਾਰ ਨੂੰ ਕੀ ਕੀਤਾ, ਉਹਨੂੰ ਚੱਕ ਕੇ ਇਹਨਾਂ ਨੂੰ ਬਾਹਰ ਇੱਕ ਚੱਕੀ ਦੇ ਵਿੱਚ ਸਿੱਟ ਦਿੱਤਾ, ਜਿੱਥੇ ਇਹ ਵਿਚਾਰੇ ਦਰ ਦੀਆਂ ਠੋਕਣਾ ਖਾਣ ਲਈ ਮਜਬੂਰ ਹੋ ਗਏ। ਬਿਲਕ ਰਹੇ ਸੀ, ਕੀੜੇ ਖਾ ਰਿਹਾ ਸੀ ਜ਼ਖਮਾਂ ਨੂੰ, ਪਰ ਉਹਨਾਂ ਨੇ ਇਲਾਜ ਨਹੀਂ ਪਿੰਡ ਵਾਲੇ ਨਗਰ ਨੇ ਕਰਵਾਇਆ। ਸਾਨੂੰ ਪਤਾ ਲੱਗਾ ਅੱਜ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਆ, ਇਹ ਨਾ ਸੁਣ ਸਕਦੇ ਆ ਨਾ ਬੋਲ ਸਕਦੇ ਆ। ਉਸ ਜ਼ਿਮੀਂਦਾਰ ਨੇ ਸਾਰੀ ਜ਼ਿੰਦਗੀ ਕੰਮ ਕਰਾ ਕੇ ਬਾਅਦ ਧੱਕਾ ਦੇ। ਅਸੀਂ ਤਕਰੀਬਨ ਇਸ ਸੇਵਾ ਘਰ ਦੇ ਵਿੱਚ ਅਸੀਂ 100 ਦੇ ਲਗਭਗ ਇਹੋ ਜਿਹੇ ਬੰਦਿਆਂ ਨੂੰ ਛੁਡਾ ਚੁੱਕੇ ਹਾਂ, ਜਿਹੜੇ ਗੁੱਜਰਾਂ ਵੱਲੋਂ ਜਾਂ ਜ਼ਿਮੀਂਦਾਰਾਂ ਵੱਲੋਂ ਉਹਨਾਂ ਨੂੰ ਬੰਨ੍ਹ ਕੇ ਕੰਮ ਕਰਵਾਇਆ ਜਾਂਦਾ ਸੀ। ਦਿਨੇ ਕੰਮ ਕਰਵਾਉਣਾ, ਰਾਤ ਨੂੰ ਸੰਗਲ ਲਾ ਕੇ ਕੜੀਆਂ ਲਾ ਕੇ ਬੰਨ੍ਹ ਦੇਣਾ, ਜੰਜੀਰ ਲਾ ਦੇਣੀ ਇੱਥੇ ਤੱਕ। ਮੌਤ ਉਡੀਕ ਰਹੇ ਸੀ, ਸਾਰਾ ਲਾਗੇ ਦੇ ਲੋਕ ਤਮਾਸ਼ਾ ਦੇਖ ਰਹੇ ਸੀ। ਚਲਾਂਗ ਲਾਗਿਓਂ ਲੈ ਕੇ ਆਏ ਪਰ ਅੱਡੇ ਚੋਂ, ਪਰ ਦੁਨੀਆ ਚੋਂ, ਪਰ ਕਿਸੇ ਦੀ ਹਿੰਮਤ ਤੱਕ ਨਹੀਂ ਪਈ ਵੀ ਚੱਕ ਕੇ ਯਾਰ ਫਰਨੈਲ ਹੀ ਲਾ ਦੋ। ਕੁਛ ਇੰਨੀ ਸ਼ਰਮ ਨਹੀਂ ਲੋਕ ਸਾਡੇ ਕਰਦੇ। ਮੂੰਹ ਸਾਰਾ ਕੀੜੇ ਖਾ ਗਏ। ਸਾਨੂੰ ਫੋਨ ਕਰਕੇ ਦੱਸਿਆ ਵੀ ਉੱਥੇ ਕੀੜਿਆਂ ਨਾਲ ਭਰਿਓ ਪਿਓ। ਅਸੀਂ ਜਾ ਕੇ ਬਜ਼ੁਰਗਾਂ ਨੂੰ ਲੈ ਕੇ ਆਏ, ਮਰਨ ਕੱਢੇ ਪਏ ਸੀ, ਮੌਤ ਉਡੀਕ ਰਹੇ ਸੀ ਬਜ਼ੁਰਗ। ਅੱਜ ਤਾਂ ਆਪਣੇ ਤੁਹਾਡੇ ਸਾਹਮਣੇ ਬੈਠੇ ਆ, ਇਹਨਾਂ ਦੀ ਸਰਜਰੀ ਹੋ ਗਈ ਪਲਾਸਟਿਕ। ਆ ਜਿਹੜੇ ਬਜ਼ੁਰਗ ਬੈਠੇ ਆ ਜੀ, ਮੌਤ ਉਡੀਕ ਰਹੇ ਸੀ, ਸਾਰਾ ਲਾਗੇ ਦੇ ਲੋਕ ਤਮਾਸ਼ਾ ਦੇਖ ਰਹੇ ਸੀ। ਚਲਾਂਗ ਲਾਗਿਓਂ ਲੈ ਕੇ ਆਏ ਪਰ ਅੱਡੇ ਚੋਂ, ਪਰ ਦੁਨੀਆ ਚੋਂ, ਪਰ ਕਿਸੇ ਦੀ ਹਿੰਮਤ ਤੱਕ ਨਹੀਂ ਪਈ ਵੀ ਚੱਕ ਕੇ ਯਾਰ ਫਰਨੈਲ ਹੀ ਲਾ ਦੋ। ਕੁਛ ਇੰਨੀ ਸ਼ਰਮ ਨਹੀਂ ਲੋਕ ਸਾਡੇ ਕਰਦੇ। ਮੂੰਹ ਸਾਰਾ ਕੀੜੇ ਖਾ ਗਏ। ਸਾਨੂੰ ਫੋਨ ਕਰਕੇ ਦੱਸਿਆ ਵੀ ਉੱਥੇ ਕੀੜਿਆਂ ਨਾਲ ਭਰਿਓ ਪਿਓ। ਅਸੀਂ ਜਾ ਕੇ ਬਜ਼ੁਰਗਾਂ ਨੂੰ ਲੈ ਕੇ ਆਏ, ਮਰਨ ਕੱਢੇ ਪਏ ਸੀ, ਮੌਤ ਉਡੀਕ ਰਹੇ ਸੀ ਬਜ਼ੁਰਗ। ਅੱਜ ਤਾਂ ਆਪਣੇ ਤੁਹਾਡੇ ਸਾਹਮਣੇ ਬੈਠੇ ਆ, ਇਹਨਾਂ ਦੀ ਸਰਜਰੀ ਹੋ ਗਈ ਪਲਾਸਟਿਕ। ਆ ਜਿਹੜੇ ਬਜ਼ੁਰਗ ਬੈਠੇ ਆ ਜੀ। 2017 ਚ ਸਾਡੇ ਨਾਲ ਇਦਾਂ ਇੱਕ ਘਟਨਾ ਵਾਪਰੀ। ਇੱਕ ਨੌਜਵਾਨ ਮਿਲਿਆ ਪਿੰਡ ਰੂਪੋਵਾਲ ਤੋਂ, ਉਹਨੇ ਟਾਇਲਟ ਬਾਥਰੂਮ ਵਿੱਚ ਕੀਤਾ, ਉਹਨੂੰ ਬੁਖਾਰ ਚੜਿਆ ਸੀ। ਮੈਂ ਉਹਨੂੰ ਲੈ ਕੇ ਬਹੁਤ ਪਾਸੇ ਘੁੰਮਿਆ, ਥਾਣੇ 'ਚ ਗਿਆ, ਥਾਣੇ ਵਾਲੇ ਕਹਿੰਦੇ ਜਿੱਥੋਂ ਲੈ ਕੇ ਆਇਆ ਛੱਡ ਦੇ। ਉਹ ਬੋਲਦਾ ਚੱਲਦਾ ਕੁਛ ਨਹੀਂ, ਮੈਂਟਲੀ ਅਪਸੈਟ ਸੀ। ਮੈਂ ਕਈਆਂ ਆਸ਼ਰਮਾਂ 'ਚ ਕੰਟੈਕਟ ਕੀਤਾ, ਵੀਰ ਜੀ ਮੇਰੇ ਕੋਲ ਇਹ ਬੰਦਾ ਆ, ਲੈ ਲਓ, ਪਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ। ਹੁਣ ਮੈਂ ਨਾਮ ਕੀ ਲੈਣਾ, ਨਾਮੀ ਆਸ਼ਰਮਾਂ ਨੂੰ ਤੱਕ ਮੈਂ ਕੰਟੈਕਟ ਕੀਤੇ, ਪਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ। ਸਤਿ ਸ਼੍ਰੀ ਅਕਾਲ, ਪਬਲਿਕ ਟਾਈਮਸ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ। ਲੁਧਿਆਣੇ 'ਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ। ਤੁਸੀਂ ਦੇਖਿਆ ਹੋਵੇਗਾ ਇਸ ਟਾਈਮ ਅਸੀਂ ਪਿੰਡ ਬਾਗਾ ਮੌਜੂਦ ਹਾਂ, ਹੁਸ਼ਿਆਰਪੁਰ ਦੇ ਨੇੜੇ ਜਿਹੜਾ ਲੱਗਦਾ। ਤੇ ਮੇਰੇ ਸਾਹਮਣੇ ਤੁਸੀਂ ਤਸਵੀਰਾਂ ਨਾਲ ਦੇਖ ਸਕਦੇ ਹੋ, ਜਿਨ੍ਹਾਂ ਦਾ ਆਸਰਾ ਕੋਈ ਨਹੀਂ ਹੈ। ਨਿਆਸਰਿਆਂ ਦਾ ਆਸਰਾ ਜਿਹੜੀ ਆ ਸੰਸਥਾ ਬਣੀ ਹੈ, ਇੱਕ ਉੱਦਾਂ ਦੀ ਹੀ ਲੋਕਾਂ ਤੁਹਾਨੂੰ ਦੱਸਦੀ ਹੈ ਵੀ ਜਿਨ੍ਹਾਂ ਦਾ ਕੋਈ ਵਾਲੀ ਵਾਰਿਸ ਨਹੀਂ ਹੁੰਦਾ, ਉਹਨਾਂ ਨੂੰ ਵੀ ਇੱਥੇ ਲਿਆਉਂਦੇ ਨੇ, ਸ਼ੈਲਟਰ ਦਿੰਦੇ ਆ, ਉਹਨਾਂ ਦਾ ਵੀ ਇਲਾਜ ਕਰਾਉਂਦੇ ਆ। ਬਾਕੀ ਗੱਲਬਾਤ ਇਹਨਾਂ ਨਾਲ ਹੀ ਕਰਾਂਗੇ ਵੀ ਇਹਨਾਂ ਦੀ ਸੰਸਥਾ ਦਾ ਕੀ ਨਾਮ ਹੈ, ਕਿੰਨੇ ਸਾਲਾਂ ਤੋਂ ਜਿਹੜਾ ਇਹ ਕੰਮ ਕਰ ਰਹੇ ਨੇ। ਇਹਨਾਂ ਨਾਲ ਪੁੱਛਦੇ ਹਾਂ ਵੀ ਇਹ ਸੋਚ ਕਿਸ ਤਰ੍ਹਾਂ ਹੀ। ਸਭ ਤੋਂ ਵੱਡੀ ਗੱਲ ਹੁੰਦੀ ਹੈ, ਅਕਸਰ ਅਸੀਂ ਬਹੁਤ ਸੋਚਦੇ ਹਾਂ, ਅਸੀਂ ਨੌਜਵਾਨ ਬਹੁਤ ਸੋਚਦੇ ਹਾਂ ਵੀ ਅਸੀਂ ਦੇਸ਼ ਬਦਲ ਦਾਂਗੇ, ਸਭ ਕੁਝ ਬਦਲ ਦਾਂਗੇ। ਰਾਤ ਨੂੰ ਸੋਚਦੇ ਹਾਂ, ਸਵੇਰੇ ਭੁੱਲ ਜਾਂਦੇ ਹਾਂ। ਸਾਡੇ ਦਿਮਾਗ 'ਚ ਫੇਰ ਜਿਹੜੀ ਹੈ ਰੈਗੂਲਰ ਜ਼ਿੰਦਗੀ ਜੀਣਾ ਸ਼ੁਰੂ ਕਰ ਦਿੰਦੇ ਹਾਂ। ਪਰ ਆਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ, ਤੇ ਤੁਹਾਨੂੰ ਨਾਲੋਂ ਨਾਲ ਦਿਖਾਵਾਂਗੇ ਵੀ ਇੱਥੇ ਮਰੀਜ਼ਾਂ ਦੇ ਹਾਲ ਜਿਹੜੇ ਨੇ ਉਹ ਵੀ ਦਿਖਾਵਾਂਗੇ ਵੀ ਕੌਣ ਕਿੱਥੋਂ ਆਇਆ। ਪਹਿਲਾਂ ਤਾਂ ਆਪਣੀ ਸੰਸਥਾ ਦਾ ਨਾਮ ਤੇ ਆਪਣੇ ਨਾਮ ਬਾਰੇ ਜਿਹੜਾ ਦਰਸ਼ਕਾਂ ਨੂੰ ਇੱਕ ਵਾਰੀ ਜਾਗਰੂਕ ਕਰਾ ਦਿਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਬਹੁਤ ਧੰਨਵਾਦ ਲੁਧਿਆਣਾ ਟਾਈਮਸ ਦਾ। ਤੇ ਸਾਡੀ ਸੰਸਥਾ ਦਾ ਨਾਮ ਹੈ ਜੀ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਗੜਦੀਵਾਲ। ਇਹ ਸੰਸਥਾ 2015 ਚ ਹੋਂਦ ਚ ਆਈ ਸੀ। 2017 ਦੇ ਵਿੱਚ ਇਹ ਜਿਹੜਾ ਲਵਾਰਸਾਂ ਅਨਾਥਾਂ ਦੇ ਲਈ ਇੱਕ ਸੇਵਾ ਘਰ ਬਣਾਇਆ ਗਿਆ। ਇਹ ਬਾਗਾ ਪਿੰਡ 'ਚ ਬਣਾਇਆ ਗਿਆ, ਜਿੱਥੇ ਇਸ ਟਾਈਮ 100 ਦੇ ਲਗਭਗ, ਜਿਨ੍ਹਾਂ ਦੇ ਵਿੱਚ ਬੱਚੇ, ਸਾਡੀ ਇੱਕ ਭੈਣ ਤੇ 3 ਮਾਤਾਵਾਂ ਸਾਡੀਆਂ ਇੱਥੇ ਰਹਿ ਰਹੀਆਂ।
ਛੋਟੇ ਛੋਟੇ ਬੱਚੇ ਜਿਨ੍ਹਾਂ ਦੀਆਂ ਮਾਵਾਂ ਵੱਲੋਂ ਉਹਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪ ਨਜਾਇਜ਼ ਸੰਬੰਧ ਬਣਾਉਣੇ, ਕਈਆਂ ਦੇ ਕੀੜੇ ਪਏ ਸੀ, ਕਈਆਂ ਦੇ ਹੱਥ ਗਲੇ, ਕਿਸੇ ਦੇ ਸਿਰ ਗਲੇ, ਉਹਨਾਂ ਨੂੰ ਜਿਹੜਾ ਲਿਆ ਕੇ ਇੱਥੇ ਇਲਾਜ ਜਿਹੜਾ ਇਸ ਸੰਸਥਾ ਦੇ ਵਿੱਚ ਕਰਵਾਇਆ ਜਾ ਰਿਹਾ। ਤੁਸੀਂ ਨਾਲੋਂ ਨਾਲ ਮੈਨੂੰ ਦਿਖਾਉਂਦੇ ਜਾਓਗੇ ਵੀ ਜਿਹੜੇ ਲੋਕਾਂ ਦੀ ਸੇਵਾ ਕਰ ਰਹੇ ਹੋ ਤੇ ਉਹਨਾਂ ਦੀ ਸਟੋਰੀਆਂ ਵੀ ਨਾਲ ਦੱਸਦੇ ਜਾਓ ਵੀ ਇਹੋ ਜਿਹਾ ਕੀ ਹੋਇਆ ਉਹਨਾਂ ਨੂੰ ਜਿਹੜਾ ਹੈ ਇੱਥੇ ਆਣਾ ਪਿਆ ਤੇ ਤੁਹਾਨੂੰ ਉਹਨਾਂ ਦਾ ਆਸਰਾ ਜਿਹੜਾ ਹੈ ਬੰਨਣਾ ਪਿਆ। ਇੱਕ ਵਾਰੀ ਸਾਰਿਆਂ ਦਾ ਦੱਸੋ ਤੁਸੀਂ। ਇਹ ਜੀ ਸਾਡੇ ਸੁਰਿੰਦਰ ਸਿੰਘ ਜੀ ਆ ਜੀ, ਪਿੰਡ ਪਨਮਾ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਜੀ। ਇਹ ਗੁਰਸਿੱਖ ਸੀਗੇ ਜੀ, ਪਹਿਲਾਂ ਪਾਠੀ ਸਿੰਘ ਸੀ, ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਪਾਠੀ ਸਿੰਘ ਦੀ ਡਿਊਟੀ ਕਰ ਰਹੇ ਸੀ। ਇਹ ਤਕਰੀਬਨ ਕਿ 32 ਸਾਲ ਬਾਅਦ ਕਮਰੇ ਚੋਂ ਕੱਢਿਆ ਜੀ। ਇਹਨਾਂ ਦੀਆਂ ਜਟਾਂ ਬਣ ਚੁੱਕੀਆਂ ਸੀ ਥੱਲੇ ਤੱਕ, ਇੰਨੇ ਹਾਲਾਤ ਮਾੜੇ ਹੋ ਚੁੱਕੇ ਸੀਗੇ ਤੇ ਇਹਨਾਂ ਨੇ ਨਾਲੀ ਦੇ ਵਿੱਚੋਂ ਚੱਕ ਕੇ ਖਾਣੀ, ਕਦੀ ਜੋ ਵੀ ਨਾਲੀ 'ਚੋਂ ਪਿਆ ਹੋਣਾ ਖਾਣਾ। ਇਹਨਾਂ ਦੇ ਕੋਈ ਘਰ ਦੇ ਵਿੱਚ ਪ੍ਰੋਬਲਮ ਹੋ ਗਈ, ਇਹਨਾਂ ਨੇ ਆਪਣੇ ਆਪ ਨੂੰ ਕਮਰੇ 'ਚ ਬੰਦ ਕਰ ਲਿਆ। 32 ਸਾਲ ਬਾਅਦ ਅਸੀਂ ਕਮਰੇ 'ਚੋਂ ਕੱਢੇ, ਪਿੰਡ ਦਿਆਂ ਨੇ ਕੋਈ ਰੋਟੀ ਪਾਣੀ ਦੇਣਾ ਤੇ ਇਹ ਰੋਟੀ ਖਾ ਲੈਂਦੇ ਸੀ, ਨਹੀਂ ਤਾਂ ਭੁੱਖੇ ਤੇ ਆਏ ਸੌ ਜਾਂਦੇ ਸੀ। ਤੇ ਇੱਕ ਗੁਰਸਿੱਖ ਦਾ ਤੁਸੀਂ ਕਹਿ ਰਹੇ ਹੋ ਵੀ ਪਾਠੀ ਆਉਂਦੇ ਸੀ, ਤੇ ਪਾਠੀ ਦਾ ਇਹੋ ਜਿਹੇ ਹਾਲਾਤ ਕਿੱਦਾਂ ਬਣ ਗਏ ਵੀ ਗੁਰਦੁਆਰੇ ਨੇ ਵੀ ਜਿੱਥੇ ਪਾਠੀ ਸੀ ਉਹਨਾਂ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ? ਬਿਲਕੁਲ ਜੀ, ਇਹਨਾਂ ਦੇ ਉਹੀ ਗੱਲ ਕਰਦੇ ਆ ਜੀ, ਪਿੰਡ ਦੇ ਵਿੱਚ ਨਗਰ ਦੇ ਵਿੱਚ ਸਭ ਨੂੰ ਪਤਾ ਸੀ ਵੀ ਇਹ ਗੁਰਸਿੱਖ ਆ, ਪਿੰਡ ਦੇ ਵਿੱਚ ਪਾਠੀ ਸਿੰਘ ਦੀ ਸੇਵਾਵਾਂ ਕਰਦੇ ਸੀ, ਪਰ ਕਿਸੇ ਦੀ ਹਿੰਮਤ ਤੱਕ ਨਹੀਂ ਪਈ ਇਹਨਾਂ ਨੂੰ ਲੈ ਕੇ ਜਾ ਕੇ ਇਲਾਜ ਕਰਵਾ ਲਈਏ। ਆਹ ਸਾਡੀ ਤਰਾਸਦੀ ਆ ਸਾਡੇ ਲੋਕਾਂ ਦੀ, ਪਰ ਕਿਸੇ ਨੇ ਇੱਕ ਵਾਰੀ ਵੀ ਰੋਟੀ ਦੇ ਦੇਣੀ, ਪਰ ਇਹ ਨਹੀਂ ਦੇਖਣਾ ਉਹਨੂੰ ਲੋੜ ਜਿਹੜੀ ਉਹ ਰੋਟੀ ਦੇ ਨਾਲ ਨਾਲ ਉਹਨੂੰ ਦਵਾਈ ਦੀ ਲੋੜ ਆ, ਅਸੀਂ ਚੱਕ ਕੇ ਉਹਨਾਂ ਨੂੰ ਹਸਪੀਟਲ 'ਚ ਐਡਮਿਟ ਕਰਾਈਏ, ਪਰ ਉਹਨਾਂ ਨੇ ਨਹੀਂ ਕਰਵਾਇਆ। ਇਹ ਕਿਸੇ ਨੂੰ ਹੱਥ ਇੰਨੇ ਜ਼ਿਆਦਾ ਡਿਪਰੈਸ਼ਨ 'ਚ ਚਲ ਗਏ, ਇਹ ਆਪਣੇ ਆਪ 'ਚ ਕਿਸੇ ਨੂੰ ਇਨਸਾਨ ਨੂੰ ਲਾਗੇ ਨਹੀਂ ਆਉਣ ਦਿੰਦੇ ਸੀ ਤੇ ਰੋੜੇ ਮਾਰਦੇ ਸੀ। ਅੱਜ ਤੁਹਾਡੇ ਸਾਹਮਣੇ ਆ, 1 ਸਾਲ ਦੇ ਵਿੱਚ ਇਲਾਜ ਕਰਵਾ ਕੇ ਅੱਜ ਦੇਖੋ ਕਿੱਦਾਂ ਸਾਡੇ ਵਿਚਕਾਰ ਬੈਠੇ ਆ। ਸਾਡੀ ਚਲੋ ਕੋਸ਼ਿਸ਼ ਕੀਤੀ, ਅਸੀਂ ਹੋ ਗਏ, ਪਰ ਜੇ ਇਹੀ ਕੋਸ਼ਿਸ਼ 32 ਸਾਲ ਬਾਅਦ ਅਸੀਂ ਜਾ ਕੇ ਠੀਕ ਹੋਇਆ, ਜੇ 32 ਸਾਲ ਪਹਿਲਾਂ ਕਿਤੇ ਨਗਰ ਵਾਲੇ ਕਰ ਲੈਂਦੇ ਤੇ ਇਹ ਉਦੋਂ ਦੇ ਠੀਕ ਹੋ ਜਾਂਦੇ ਤੇ ਇੰਨਾ ਜ਼ਿਆਦਾ ਸੀਰੀਅਸ ਨਾ ਹੁੰਦੇ। ਇੱਕ ਵਾਰੀ ਬਾਬਾ ਜੀ ਨਾਲ ਵੀ ਗੱਲਬਾਤ, ਬਾਬਾ ਜੀ ਗੱਲ ਕਰ ਸਕਦੇ ਆ ਨਾ? ਥੋੜੀ ਬਹੁਤੀ ਜ਼ਿਆਦਾ ਨਹੀਂ ਕਰਦੇ। ਬਾਬਾ ਜੀ ਕੀ ਠੀਕ ਹੋ? ਹਾਲਾਤ ਠੀਕ ਹੈ? ਹਾਲ ਚਾਲ ਬਿਲਕੁਲ ਵਧੀਆ ਨੇ? ਠੀਕ ਹੈ ਜੀ। ਤੇ ਤੁਹਾਡੇ ਨਾਲ ਜੋ ਹੋਇਆ ਕੁਝ ਵੀ ਤੁਹਾਨੂੰ ਉਸ ਬਾਰੇ ਯਾਦ ਹੈ? ਕੁਝ ਵੀ ਕਿੱਦਾਂ ਹੁੰਦਾ ਸੀ ਸਭ? ਚਲੋ ਕੋਈ ਨਾ, ਕਈ ਵਾਰੀ ਬੰਦਾ ਭੁੱਲ ਜਾਂਦਾ। ਹੋਰ ਵੀ ਤੁਸੀਂ ਦੱਸੋ ਵੀ ਇੱਥੇ ਜਿਵੇਂ ਕਾਫੀ ਦੇਖ ਰਹੇ ਆ ਵੀ ਲੋਕ ਨੇ, ਬਾਕੀਆਂ ਦੀ ਹਰ ਇੱਕ ਬੰਦੇ ਦੀ ਇੱਕ ਸਟੋਰੀ ਆ। ਕੱਲੀ ਸਟੋਰੀ ਹਰੇਕ ਬੰਦਾ ਜੀ। ਆਹ ਪਿੰਡ ਢੱਟਾਂ ਤੋਂ ਆ ਜੀ, ਇਹਨਾਂ ਦੇ ਗੋਡੇ ਦੇ ਵਿੱਚ ਕੀੜੇ ਸੀਗੇ ਥੱਲੇ ਜੀ। ਇਹ ਸਾਰੀ ਜ਼ਿੰਦਗੀ ਜ਼ਿਮੀਂਦਾਰ ਨੇ ਕੰਮ ਕਰਵਾ ਕੇ ਬਾਅਦ 'ਚ ਧੱਕਾ ਦੇ ਦਿੱਤਾ। ਇਹਨਾਂ ਦੇ ਲੱਤ ਦੇ ਗੋਡੇ ਦੇ ਥੱਲੇ ਕੀੜੇ ਪੈ ਗਏ। ਉਹਨੂੰ ਚੱਕ ਕੇ ਇਲਾਜ ਕਰਾਉਣ ਦੀ ਬਜਾਏ ਉਸ ਜ਼ਿਮੀਂਦਾਰ ਨੂੰ ਕੀ ਕੀਤਾ, ਉਹਨੂੰ ਚੱਕ ਕੇ ਇਹਨਾਂ ਨੂੰ ਬਾਹਰ ਇੱਕ ਚੱਕੀ ਦੇ ਵਿੱਚ ਸਿੱਟ ਦਿੱਤਾ, ਜਿੱਥੇ ਇਹ ਵਿਚਾਰੇ ਦਰ ਦੀਆਂ ਠੋਕਣਾ ਖਾਣ ਲਈ ਮਜਬੂਰ ਹੋ ਗਏ। ਬਿਲਕ ਰਹੇ ਸੀ, ਕੀੜੇ ਖਾ ਰਿਹਾ ਸੀ ਜ਼ਖਮਾਂ ਨੂੰ, ਪਰ ਉਹਨਾਂ ਨੇ ਇਲਾਜ ਨਹੀਂ ਪਿੰਡ ਵਾਲੇ ਨਗਰ ਨੇ ਕਰਵਾਇਆ। ਸਾਨੂੰ ਪਤਾ ਲੱਗਾ ਅੱਜ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਆ। ਇਹ ਨਾ ਸੁਣ ਸਕਦੇ ਆ ਨਾ ਬੋਲ ਸਕਦੇ ਆ। ਉਸ ਜ਼ਿਮੀਂਦਾਰ ਨੇ ਸਾਰੀ ਜ਼ਿੰਦਗੀ ਕੰਮ ਕਰਾ ਕੇ ਬਾਅਦ ਧੱਕਾ ਦੇ ਦਿੱਤਾ। ਤੇ ਆਹ ਮੁੰਡੇ ਨੂੰ ਮੈਂ ਦੇਖ ਰਿਹਾ, ਇਹਨੂੰ ਕੀ ਹੋਇਆ ਸੀਗਾ? ਇਹ ਜੀ ਗੁੱਜਰਾਂ ਦੇ ਬਾੜੇ ਵਿੱਚੋਂ, ਜਿੱਥੇ ਕੋਈ ਇਹ ਮੈਂਟਲੀ ਅਪਸੈਟ ਸੀ ਕਿ ਇਹਨਾਂ ਨੂੰ ਇਲਾਜ ਜਿਹੜਾ ਮਤਲਬ ਮੈਂਟਲੀ ਅਪਸੈਟ ਇਹਨਾਂ ਨੂੰ ਧੱਕੇ ਦੇ ਨਾਲ ਕੰਮ ਕਰਵਾਇਆ ਜਾਂਦਾ ਸੀ। ਇਹਨਾਂ ਨੂੰ ਇਸੇ ਗੁੱਜਰਾਂ ਦੇ ਬਾੜੇ 'ਚੋਂ ਛੁਡਵਾ ਕੇ ਲਿਆਏ ਆ ਜੀ। ਇਹਦਾ ਜਿਹੜਾ ਮੈਂਟਲੀ ਅਪਸੈਟ ਸੀ, ਇਹਦਾ ਨਜਾਇਜ਼ ਫਾਇਦਾ ਲਿਆ ਗਿਆ। ਬਿਨਾਂ ਤਨਖਾਹ ਤੋਂ ਇਹਨਾਂ ਨੂੰ ਮਾਰ ਕੁਟਾਈ ਕਰਕੇ ਇਹਨਾਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ। ਬਿਨਾਂ ਕੋਈ ਤਨਖਾਹ, ਬਿਨਾਂ ਕੁਝ ਦਿੱਤੇ, ਬਸ ਰੋਟੀ ਪਾਣੀ ਜੀ ਜੇ ਦਿੰਦੇ, ਜੇ ਨਹੀਂ ਕੰਮ ਕਰਦੇ ਤਾਂ ਉਹਨਾਂ ਨੂੰ ਮਾਰਿਆ ਕਟਾਈ ਜਾਂਦਾ ਸੀ। ਰਾਤ ਨੂੰ ਸੰਗਲ ਲਾ ਕੇ ਬੰਨ੍ਹ ਦਿੱਤੇ ਸੀ। ਅਸੀਂ ਤਕਰੀਬਨ ਇਸ ਸੇਵਾ ਘਰ ਦੇ ਵਿੱਚ ਅਸੀਂ 100 ਦੇ ਲਗਭਗ ਇਹੋ ਜਿਹੇ ਬੰਦਿਆਂ ਨੂੰ ਛੁਡਾ ਚੁੱਕੇ ਹਾਂ, ਜਿਹੜੇ ਗੁੱਜਰਾਂ ਵੱਲੋਂ ਜਾਂ ਜ਼ਿਮੀਂਦਾਰਾਂ ਵੱਲੋਂ ਉਹਨਾਂ ਨੂੰ ਬੰਨ੍ਹ ਕੇ ਕੰਮ ਕਰਵਾਇਆ ਜਾਂਦਾ ਸੀ। ਦਿਨੇ ਕੰਮ ਕਰਵਾਉਣਾ, ਰਾਤ ਨੂੰ ਸੰਗਲ ਲਾ ਕੇ ਕੜੀਆਂ ਲਾ ਕੇ ਬੰਨ੍ਹ ਦੇਣਾ, ਜੰਜੀਰ ਲਾ ਦੇਣੀ ਇੱਥੇ ਤੱਕ। ਤੁਸੀਂ ਕਿਹਾ ਜ਼ਿਮੀਂਦਾਰਾਂ ਤੋਂ ਛੁਡਵਾਇਆ। ਪਿੰਡ 'ਚ ਜ਼ਿਮੀਂਦਾਰਾਂ ਦਾ ਤਾਂ ਰੋਹ ਵੀ ਬੜਾ ਹੁੰਦਾ। ਇਹੋ ਜਿਹੇ ਲੋਕਾਂ ਤੋਂ ਫਿਰ ਤੁਸੀਂ ਕਿੱਦਾਂ ਛੁਡਾ ਪਾਉਂਦੇ ਸੀ ਇਹੋ ਜਿਹੇ ਲੋਕ? ਦੇਖੋ ਜੀ, ਅਸੀਂ ਸਾਡੀ ਵੈਲਫੇਅਰ ਸੁਸਾਇਟੀ ਬਾਬਾ ਦੀਪ ਸਿੰਘ ਸੇਵਾ ਦਲ ਗੁਰੂ ਸਾਹਿਬ ਦੇ ਸਿਧਾਂਤਾਂ ਦੇ ਚੱਲਦੀ ਆ। ਦੇਖੋ, ਅਸੀਂ ਜਿੰਨੇ ਕੁ ਜੋਗੇ ਅਸੀਂ ਹੈਗੇ, ਪ੍ਰਸ਼ਾਸਨ ਦੀ ਜ਼ਰੂਰ ਮਦਦ ਲਈ ਦੀ। ਜੇ ਨਹੀਂ ਪ੍ਰਸ਼ਾਸਨ ਕਰਦਾ ਮਦਦ ਤੇ ਅਸੀਂ ਜਿੱਦਾਂ ਵੀ ਮਰਜ਼ੀ ਪੀਸਫੁਲੀ ਜਾ ਕੇ ਉੱਥੇ ਬਹਿ ਕੇ, ਘਰ ਦੇ ਵਿੱਚ ਬਹਿ ਕੇ, ਜੋ ਗਲਤ ਕੰਮ ਕਰਦਾ ਉਹਨੂੰ ਪਹਿਲਾਂ ਹੀ ਡਰ ਹੁੰਦਾ ਤੇ ਅਸੀਂ ਉੱਥੋਂ ਜਾ ਕੇ ਛੁਡਵਾ ਕੇ ਜਿਹੜੇ ਲਿਆਂਦੇ ਜਾਂਦੇ ਆ। ਤੇ ਹੋਰ ਵੀ ਜਿਹੜਾ ਇੱਥੇ ਜਿਹੜੇ ਲੋਕ ਆ ਉਹਨਾਂ ਬਾਰੇ ਵੀ ਦੱਸੋ। ਤੇ ਇੱਕ ਤਸਵੀਰਾਂ ਵੀ ਤੁਸੀਂ ਲੈ ਕੇ ਆਏ ਹੋ ਇਸ ਸਮੇਂ। ਇਹ ਵਾਲੀਆ ਸਾਹਿਬ ਆ ਜੀ। ਇਹ ਕਿਸੇ ਟਾਈਮ ਇੱਟਾਂ ਦਾ ਭੱਠੀ ਦੇ ਮਾਲਕ ਸੀ। ਕਿਸੇ ਟਾਈਮ ਇੱਟਾਂ ਦਾ ਭੱਠਾ ਸੀ। ਇਹਨਾਂ ਦੇ ਮੰਡੀ 'ਚ ਆੜਤ ਸੀ, ਕੱਪੜੇ ਦੀ ਦੁਕਾਨ ਸੀ ਇਹਨਾਂ ਦੀ। ਇਹਨਾਂ ਦੇ ਰਿਸ਼ਤੇਦਾਰਾਂ ਨੇ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ। ਇੰਨੇ ਹਾਲਾਤ ਮਾੜੇ ਹੋ ਗਏ। ਆਹ ਹਾਲਾਤ 'ਚ ਸਾਨੂੰ ਮਿਲੇ ਸੀ। ਨੌ ਦੇਖੋ ਕਿੱਡੇ ਇਹਨਾਂ ਦੇ ਸੀਗੇ, 9 ਵੱਡੇ। ਅੱਜ ਦੇਖੋ ਤੁਹਾਡੇ ਸਾਹਮਣੇ ਆ, ਸਾਰੀ ਪ੍ਰਾਪਰਟੀ ਤੇ ਕਬਜ਼ਾ ਲੋਕਾਂ ਨੇ ਕਰ ਲਿਆ। ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ। ਇਹਨੇ ਚਮਜੂਆਂ ਇਹਨਾਂ ਦੇ ਪਈਆਂ ਸੀ ਸਰੀਰ ਦੇ ਉੱਪਰ, ਜਿਹੜੀਆਂ ਖੂਨ ਚੂਸਦੀਆਂ ਸੀ ਇਹਨਾਂ ਦੇ, ਤੇ ਅੱਜ ਤੁਹਾਡੇ ਸਾਹਮਣੇ ਬਿਲਕੁਲ ਬੈਠੇ ਆ, ਬਿਲਕੁਲ ਠੀਕ ਠਾਕ। ਇਹੋ ਜਿਹੇ ਲੋਕਾਂ ਕੋਲ ਲੋਕੀ ਨਿਕਲਦੇ ਵੀ ਨਹੀਂ। ਫਿਰ ਇਹਨਾਂ ਦਾ ਇਲਾਜ ਕਿੱਦਾਂ ਕਰਦੇ ਹੋ ਤੁਸੀਂ? ਸਭ ਕੁਝ ਜਿਹੜਾ ਹੈ ਕਿੱਦਾਂ ਇੱਥੇ ਤੁਹਾਡੇ ਸਾਰਾ ਕੁਝ ਵਲੰਟੀਅਰ ਹੀ ਕਰਦੇ ਆ ਜਾਂ ਡਾਕਟਰਸ ਵੀ ਤੁਹਾਡੇ ਨਾਲ ਜਿਹੜੇ ਤੁਹਾਡੀ ਸਹਾਇਤਾ ਕਰਦੇ ਆ? ਬਿਲਕੁਲ ਜੀ, ਇਹ ਤਾਂ ਪੱਕੇ ਡਾਕਟਰ ਰੱਖੇ ਹੋਏ ਆ। ਉਹਨਾਂ ਦੀ ਮੈਡੀਸਨ ਚੱਲਦੀ, ਇਲਾਜ ਚੱਲਦਾ। ਇੱਥੋਂ ਸਾਡੇ ਇੱਕ ਟਾਂਡੇ ਹਸਪੀਟਲ ਬੇਵਸ ਦੇ ਵਿੱਚ ਇਸ ਟਾਈਮ 4 ਮਰੀਜ਼ ਐਡਮਿਟ ਆ ਸਾਡੇ।
ਉੱਥੇ ਜਿਹੜਾ ਚੱਲਿਆ ਜਾਂਦਾ। ਬਾਕੀ ਜਿਹੜੀ ਡਿਪਰੈਸ਼ਨ ਦੀ ਦਵਾਈ ਉਹ ਡਾਕਟਰ ਹਰਜੀਤ ਸਾਡੇ ਨਾਲ ਉਹਨਾਂ ਨੂੰ ਉਹ ਆਉਂਦੇ ਆ ਇੱਥੇ, ਉਹ ਵਿਜ਼ਿਟ ਕਰਦੇ ਆ, ਉਹ ਸਾਰੀ ਉਹ ਦੇਖ ਰੇਖ ਕਰਦੇ। ਬਾਕੀ ਡਾਕਟਰ ਲਾਪਰੀ, ਡਾਕਟਰ ਗੁਰਜੋਤ ਬੇਬਸ ਹਸਪੀਟਲ ਟਾਂਡੇ ਦੇ ਵਿੱਚ ਜਿੱਥੇ ਇਸ ਟਾਈਮ ਉਹਨਾਂ ਦਾ ਉੱਥੇ ਸਾਡੇ ਸਾਰੇ ਮਰੀਜ਼ਾਂ ਦਾ ਉੱਥੇ ਦੇਖਭਾਲ ਕੀਤੀ ਜਾਂਦੀ, ਇਲਾਜ ਕਰਾਇਆ ਜਾਂਦਾ। ਤੇ ਇਹਨਾਂ ਦੀ ਵੀ ਤੁਸੀਂ ਫੋਟੋ ਇਹ ਜੀ ਇਹ ਸਾਡੇ ਲਾਲੀ ਬਾਬਾ ਜੀ ਆ, ਇਹ ਬੇਰ ਸਾਹਿਬ ਗੁਰਦੁਆਰਾ ਸਾਹਿਬ ਦੇ ਅੰਦਰੋਂ ਲੈ ਕੇ ਆਏ ਜੀ ਅਸੀਂ। ਦੇਖੋ ਸਾਡੀ ਤਰਾਸਦੀ ਅਸੀਂ ਬੇਰ ਸਾਹਿਬ ਗੁਰਦੁਆਰਾ, ਹਾਂ ਗੁਰਦੁਆਰਿਆਂ ਦੇ ਅੰਦਰੋਂ ਇਹਨਾਂ ਰੋਟੀਆਂ ਮੂੰਹ 'ਚ ਰੱਖਦੀ ਸੀ। ਇਹਨਾਂ ਦੀ ਪ੍ਰਾਪਰਟੀ ਤੇ ਕਬਜ਼ਾ ਕਰ ਲਿਆ ਕਿਸੇ ਨੇ, ਸਾਰੀ ਢਹਿ ਢੇਰੀ ਕਰਤੀ ਇਹਨਾਂ ਦੀ ਬਿਲਡਿੰਗ। ਉੱਥੇ ਬਣੀ ਸੀ ਪੁਰਾਣੀ, ਕਦੇ ਜੱਦੀ ਪੁਸ਼ਤੀ ਸੀ, ਪਰ ਉਹ ਕਿਸੇ ਨੇ ਧਨਾਟ ਬੰਦਿਆਂ ਨੇ ਉੱਥੇ ਚੱਕ ਕੇ ਰਾਤੋਂ ਰਾਤ ਇਹਨਾਂ ਨੂੰ ਚਮਚਾ ਤੱਕ ਨਹੀਂ ਘਰ 'ਚੋਂ ਲੱਭਣ ਦਿੱਤਾ। ਇਹਨਾਂ ਨੂੰ ਮਾਰ ਕਟਾਈ ਕਰਕੇ ਬਾਹਰ ਕੱਢਦਾ। ਇਹਨੇ ਡਿਪਰੈਸ਼ਨ 'ਚ ਚਲ ਗਏ। ਇੱਕ ਭਰਾ ਦੀ ਡੈਥ ਹੋ ਗਈ, ਇੱਕ ਭਰਾ ਰੋੜਾਂ ਤੇ ਆ ਗਏ, ਸਾਰਾ ਘਰ ਖੇਰੂ ਹੋ ਗਿਆ। ਇਹ ਵਿਚਾਰੇ ਇੰਨੀ ਡਿਪਰੈਸ਼ਨ ਚਲ ਗਏ, ਇਹ ਰੋਟੀ ਤੋਂ ਵੀ ਮੁਹਤਾਜ ਹੋ ਗਏ। ਇਹਨਾਂ ਨੇ ਆਪਣੇ ਆਪ 'ਚ ਡਿਪਰੈਸ਼ਨ 'ਚ ਕਰ ਲਿਆ, ਮੈਂ ਰੋਟੀ ਕੋਲ ਰੱਖਣੀ ਆ ਦੇਖੋ ਮੂੰਹ 'ਚ 5-5 ਰੋਟੀਆਂ ਮੂੰਹ 'ਚ ਬਾੜ ਕੇ ਰੱਖਦੇ ਸੀ, 4-4 ਇੱਦਾਂ ਹੀ ਰੱਖਣੀ, ਮੂੰਹ ਖਾਲੀ ਨਹੀਂ ਹੋਣ ਦੇਣਾ ਇਹਨਾਂ ਨੇ। ਇਹ ਸਾਡੇ ਕੋਲ ਪੇਜ ਤੇ ਲਾਈਵ ਵੀ ਪਿਆ ਹੋਇਆ, ਤੁਸੀਂ ਦੇਖ ਸਕਦੇ। ਦਾਲ ਭਰ ਲਾਗੇ ਰੱਖਣੀ, ਲਾਗੇ ਨਹੀਂ ਕਿਸੇ ਨੂੰ ਆਉਣ ਦੇਣਾ। ਅੱਜ ਤੁਹਾਡੇ ਸਾਹਮਣੇ ਗੁਰਦੁਆਰਾ ਸਾਹਿਬ ਵਾਲੇ ਰੋਜ਼ ਸਾਨੂੰ ਕਹਿੰਦੇ ਸੀ, ਫੋਨ ਕਰਦੇ, ਲੈ ਕੇ ਜਾਓ। ਅੱਜ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਹੈ ਬਾਬਾ ਜੀ। ਮੈਨੂੰ ਲੱਗਦਾ ਹੁਣ ਬੋਲਣ ਦੇ ਬੋਲ ਵੀ ਸਕਣਗੇ, ਕਿਉਂਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਤਾਂ ਇਹਨਾਂ ਨਾਲ ਬੋਲ ਰਹੇ ਸੀਗੇ, ਮੂੰਹ ਤੇ ਖੁਸ਼ੀ ਦੀ ਰੌਣਕ ਦਿਖ ਰਹੀ ਆ ਹੁਣ ਤੁਹਾਡੇ। ਖੁਸ਼ ਹੋਣ? ਹਾਂਜੀ ਹਾਂਜੀ ਬਿਲਕੁਲ ਖੁਸ਼ ਆ ਜੀ। ਹਾਂਜੀ ਤੇ ਹੋਇਆ ਕੀ ਸੀ ਜੋ ਉਸ ਸਮੇਂ ਦਾ ਕੁਝ ਯਾਦ ਹੈ? ਕੋਈ ਕਹਿ ਸਕਦੇ ਆ ਵੀ ਛੋਟੀ ਯਾਦ ਹੋਵੇ? ਇਹ ਸਾਡੇ ਬਾਬੇ ਦੀ ਜਗ੍ਹਾ ਹੀ ਆ ਜੀ, ਸਾਡੇ ਸੁਲਤਾਨਪੁਰ ਲੋਧੀ ਬਾਬੇ ਉਹਨਾਂ ਦੀ ਸੀਗੀ ਜਗ੍ਹਾ। ਬਾਕੀ ਸਾਡੇ ਫਾਦਰ ਸਾਹਿਬ ਜਿਹੜੇ ਸੀਗੇ ਉਹ ਟੈਕਨੀਕਲ ਆਪਣਾ ਖਰਾਦ ਦਾ ਕੰਮ ਕਰਦੇ ਹਾਂ ਅਸੀਂ। ਤੇ ਤੁਸੀਂ ਦੋ ਭਰਾ ਹੀ ਸੀਗੇ ਜਾਂ ਨਹੀਂ, ਹੋਰ ਵੀ ਫੈਮਿਲੀ? ਚਾਰ ਬ੍ਰਦਰ ਸੀਗੇ, 4 ਬ੍ਰਦਰ, 1 ਸਿਸਟਰ ਤੇ ਬਾਕੀ ਉਹ ਦੋ ਭਰਾਵਾਂ ਦੀ ਮੈਰਿਜ ਹੋ ਗਈ ਸੀ, 2 ਅਸੀਂ ਅਜੇ ਛੋਟੇ ਹਾਂ, ਅਜੇ ਕਰਨਾ ਸੀਗਾ। ਸਾਡੇ ਫਾਦਰ ਸਾਹਿਬ ਨੂੰ ਸ਼ੂਗਰ ਦਾ ਕਰਕੇ ਉਹ ਸਹੀ ਸਲਾਮਤ ਸੀਗੇ ਕਿ ਡਾਕਟਰ ਗਲਤ ਕੋ ਫਸ ਗਏ। ਉਹਨੇ ਦੇਣੀ ਸ਼ੂਗਰ ਦਾ ਹੁੰਦਾ ਸੀ ਟੀਕਾ, ਉਹਨੇ ਨਾ ਗਲੇ ਦਾ ਆਪਰੇਸ਼ਨ ਕਰਤਾ ਤੇ ਉਹਨਾਂ ਦੀ ਡੈਥ ਹੋ ਗਈ। ਨਹੀਂ ਤੇ ਸਾਡੇ ਨਾਲ ਹੰਡਣ ਵਾਲੇ ਸੀਗੇ, ਨਹੀਂ ਤੇ ਉਹ ਜਾਣ ਵਾਲੇ ਨਹੀਂ ਸੀਗੇ। ਉਹ ਅਣਜਾਣ ਕੋਈ ਵੀ ਬੰਦਾ, ਕੋਈ ਵੀ ਤਜਰਬਾ ਜਿਹਨੂੰ ਹੋਵੇ ਉਹ ਕਰ ਸਕਦਾ। ਜਦੋਂ ਕੋਈ ਗਲਤ ਕੰਮ ਹੋ ਜਾਵੇ ਤੇ ਉਹ ਆਪੇ ਇਸ ਤਰ੍ਹਾਂ ਹੋਣਾ। ਇਨਸਾਨੀਅਤ ਨਹੀਂ ਸ਼ਰਮਸਾਰ ਹੁੰਦੀ ਵੀ ਇਹੋ ਜਿਹੇ ਲੋਕ। ਤੁਸੀਂ ਮੈਨੂੰ ਸਟੋਰੀਆਂ ਦੱਸੀਆਂ, 2 ਸਟੋਰੀਆਂ ਇਹੋ ਜਿਹੀਆਂ ਦੱਸਤੀਆਂ ਵੀ ਜ਼ਮੀਨ ਹੜਪ ਲਈ ਹੋਇਆ। 4 ਸਟੋਰੀਆਂ ਦੇਖੋ ਜੀ, ਕੱਲੀ 100 ਦੇ ਲਗਭਗ ਲਵਾਰ ਸਨਾਤ ਆ ਜੀ। ਤੁਸੀਂ ਜੇ ਕੱਲੇ ਕੋ ਜਾਓਗੇ ਤੁਹਾਨੂੰ ਹਰੇਕ ਬੰਦੇ ਦੀ ਆਪਣੀ ਸਟੋਰੀ ਆ, ਕਿੱਦਾਂ ਉਹ ਕਿਹੜੇ ਹਾਲਾਤਾਂ 'ਚ ਬਣ ਗਿਆ। ਆਹ ਤੁਸੀਂ ਬਜ਼ੁਰਗ ਲਾ ਲਓ, ਇਹਨਾਂ ਦੇ ਆਹ ਮੂੰਹ 'ਚ ਕੀੜੇ ਸੀਗੇ। ਦੇਖੋ ਜੀ, ਆਹ ਮੂੰਹ ਸਾਰਾ ਖਾ ਚੁੱਕੇ ਆ ਨਾ ਬਜ਼ੁਰਗਾਂ ਦੀ। ਇਹ ਮੌਤ ਉਡੀਕ ਰਹੇ ਸੀ, ਸਾਰਾ ਲਾਗੇ ਦੇ ਲੋਕ ਤਮਾਸ਼ਾ ਦੇਖ ਰਹੇ ਸੀ, ਚਲਾਂਗ ਲਾਗਿਓਂ ਲੈ ਕੇ ਆਏ ਪਰ ਅੱਡੇ 'ਚੋਂ, ਪਰ ਦੁਨੀਆ 'ਚੋਂ, ਪਰ ਕਿਸੇ ਦੀ ਹਿੰਮਤ ਤੱਕ ਨਹੀਂ ਪਈ ਵੀ ਚੱਕ ਕੇ ਯਾਰ ਫਰਨੈਲ ਹੀ ਲਾ ਦਿਓ। ਕੁਛ ਇੰਨੀ ਸ਼ਰਮ ਨਹੀਂ ਲੋਕ ਸਾਡੇ ਕਰਦੇ। ਆ ਮੂੰਹ ਸਾਰਾ ਕੀੜੇ ਖਾ ਗਏ। ਸਾਨੂੰ ਫੋਨ ਕਰਕੇ ਦੱਸਿਆ ਵੀ ਉੱਥੇ ਕੀੜਿਆਂ ਨਾਲ ਭਰਿਓ ਪਿਓ। ਅਸੀਂ ਜਾ ਕੇ ਬਜ਼ੁਰਗਾਂ ਨੂੰ ਲੈ ਕੇ ਆਏ, ਮਰਨ ਕੰਢੇ ਪਏ ਸੀ, ਮੌਤ ਉਡੀਕ ਰਹੇ ਸੀ ਬਜ਼ੁਰਗ। ਅੱਜ ਤਾਂ ਆਪਣੇ ਤੁਹਾਡੇ ਸਾਹਮਣੇ ਬੈਠੇ ਆ, ਇਹਨਾਂ ਦੀ ਸਰਜਰੀ ਹੋ ਗਈ ਪਲਾਸਟਿਕ। ਆ ਜਿਹੜੇ ਬਜ਼ੁਰਗ ਬੈਠੇ ਆ ਜੀ, ਆ ਮੂੰਹ ਤੁਸੀਂ ਦੇਖੋ ਸਾਰਾ ਖਾ ਚੁੱਕੇ ਕੀੜੇ। ਇਹਨਾਂ ਨੂੰ ਲਿਕੁਇਡ ਦੇ ਰਹੇ ਆ, ਇੱਕ ਪਾਸੇ ਸਾਈਡ ਸਾਰੀ ਇਹਨਾਂ ਦੀ ਖਾ ਚੁੱਕੇ ਕੀੜੇ। ਇਦਾਂ ਕਰਦੇ ਆ। ਲੇਡੀਜ਼ ਵੀ ਆਪਣੇ ਕੋਲ ਕਾਫੀ ਇਦਾਂ ਹੋਣਗੀਆਂ ਵੀ ਲੇਡੀਜ਼ ਦੇ ਵੀ ਉਹਨਾਂ ਦਾ ਅਲੱਗ ਸੈਕਸ਼ਨ ਹੈ ਤੁਹਾਡਾ? ਹਾਂਜੀ, ਉਹਨਾਂ ਦਾ ਬਣਾ ਰਹੇ ਆ ਜੀ ਅਸੀਂ ਹੌਲੀ। ਇਹ ਤਾਂ ਕਰਕੇ ਅਸੀਂ ਅਲੱਗ ਸਾਡੇ ਚੱਲ ਰਿਹਾ ਕੰਮ। ਆ ਤੁਸੀਂ ਸੁਰਿੰਦਰ ਬਾਬਾ ਜੀ ਦੇਖੋ ਜਿਨ੍ਹਾਂ ਦੀ ਕਰ ਰਹੇ ਆ। ਦੇਖੋ ਇਦਾਂ 32 ਸਾਲ ਬਾਅਦ ਕਮਰੇ 'ਚੋਂ ਕੱਢੇ ਜਾ। ਜਟਾਂ ਦੇਖੋ ਜੀ ਉਹਨਾਂ ਦੀ। ਹਾਂਜੀ ਬਾਬਾ ਜੀ, ਆ ਦੇਖੋ ਤੁਸੀਂ ਜਟਾਂ ਤੇ ਬਣੀਆਂ ਹੋਈਆਂ। ਆ ਕੁੱਤਿਆਂ 'ਚ ਰਹਿ ਰਹੇ ਸੀ ਅਜੇ, ਕੁੱਤੇ ਬਿੱਲੀਆਂ ਅੰਦਰ। ਇੱਕ ਗੁਰੂ ਦਾ ਸਿੰਘ ਹੋਵੇ, ਆਹ ਹਾਲਾਤ ਹੋਵੇ ਉਹਦੇ। ਆਹ ਹਾਲਾਤਾਂ 'ਚ ਪਿਆ ਹੋਇਆ, ਦਰਵਾਜ਼ਾ ਭੰਨ ਕੇ ਉੱਥੋਂ ਬਾਹਰ ਕੱਢ ਕੇ, ਦਰਵਾਜ਼ਾ ਵੀ ਖੁੱਲਦਾ ਨਹੀਂ ਸੀ। 32 ਸਾਲ ਬਾਅਦ ਮੂਹਰੇ ਮਿੱਟੀ ਪੈ ਚੁੱਕੀ ਸੀ ਦਰਵਾਜ਼ੇ 'ਚ। ਆ ਜਦੋਂ ਇੱਥੇ ਲੈ ਕੇ ਆਂਦੇ ਆ ਦੇਖੋ, ਆ ਉਦੋਂ ਦੀ ਫੋਟੋ। ਇਹ ਫੋਟੋ ਵੈਸੇ ਮੈਂ ਵੀ ਕੁਛ ਇਹ 4-5 ਸਾਲ ਪੁਰਾਣੀ ਸ਼ਾਇਦ ਫੇਸਬੁੱਕ ਤੇ। ਇਹ ਆ ਸੀ ਗੁਰੂ ਦੇ ਸਿੰਘ, ਆ ਪੁਰਾਣੀ ਫੋਟੋ। ਆ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਆ ਸੰਤ ਭਿੰਡਰਾਂ ਵਾਲੇ ਸੰਤ ਬਾਬਾ ਕਰਤਾਰ ਸਿੰਘ ਜੀ ਆ ਨਾਲ ਬੈਠੇ ਹੋਏ ਆ। ਤੇ ਆ ਇਹਨਾਂ ਦੀ ਪੁਰਾਣੀ ਫੋਟੋ ਆ ਦੇਖੋ। ਆ ਇਦਾਂ ਦੇ ਸੀ ਪੁਰਾਣੇ, ਇਹਨਾਂ ਦੀ ਮਹਾਨ ਸ਼ਖਸੀਅਤ, ਚੜ੍ਹਦੀ ਵਾਲੇ ਸਿੰਘ ਸੀ। ਤੇ ਕਿਹੜੇ ਹਾਲਾਤਾਂ 'ਚ ਪਹੁੰਚਾ ਦਿੱਤਾ ਗਿਆ। ਇਹ ਸਾਡੀਆਂ ਨਲਾਇਕੀਆਂ ਸੀ। ਜੇ ਇਹਨਾਂ ਦਾ ਬ੍ਰਦਰ ਵੀ ਫੌਜ 'ਚ ਸੀਗਾ, ਉਹਦੀ ਵੀ ਨਲਾਇਕੀ ਸੀ। ਜੇ ਇੱਕ ਮੈਂਟਲੀ ਅਪਸੈਟ, ਉਹਦੀ ਦਵਾਈ ਖਿਲਾਉਣਾ ਸਾਡਾ ਫਰਜ਼ ਸੀ। ਜੇ ਪਿੰਡ ਵਾਲੇ ਦਾ ਫਰਜ਼ ਸੀ। 32 ਸਾਲ ਹੀ ਡੀਕਦੇ ਰਹੇ, ਮੌਤ ਹੀ ਡੀਕਦੇ ਰਹੇ। ਉਹ ਤਾਂ ਚਲੋ ਅਸੀਂ ਕਿਤੇ ਸੰਸਥਾ ਸੰਸਕਾਰ ਤੇ ਕਿਸੇ ਗਈ ਤੇ ਪਤਾ ਲੱਗਾ ਸੀ ਲੈ ਕੇ ਆਂਦਾ, ਤੇ ਤੁਹਾਡੇ ਸਾਹਮਣੇ ਬੈਠੇ ਆ। ਪਰ ਸਾਡੇ ਲੋਕਾਂ ਨੂੰ ਨਹੀਂ ਹੈਗਾ ਕੋਈ। ਹੁਣ ਤੁਸੀਂ ਇਹਨਾਂ ਬਾਰੇ ਤਾਂ ਦੱਸਿਆ ਵੀ ਤੁਹਾਡੀ ਕਿੱਥੋਂ ਸ਼ੁਰੂਆਤ ਹੋਈ, ਤੁਹਾਡੇ ਕਿੱਦਾਂ ਦਿਮਾਗ 'ਚ ਆ ਗਿਆ? ਕਿਉਂਕਿ ਤੁਸੀਂ ਵੀ ਨੌਜਵਾਨ ਹੋ, ਇੱਕ ਰੈਗੂਲਰ ਜ਼ਿੰਦਗੀ ਆਪਣੀ ਜਿੰਦੇ ਹੋਵੋਗੇ,
ਕਿੱਥੋਂ ਸ਼ੁਰੂਆਤ ਹੋ ਗਈ ਇੱਕੋ ਦਮ ਵੀ ਮੈਂ ਇਹੋ ਜਿਹਾ ਕੰਮ ਵੀ ਕਰ ਸਕਦਾ? ਬਿਲਕੁਲ ਜੀ, ਇਹ ਸਾਡੀ ਸੰਸਥਾ ਦੀ ਸ਼ੁਰੂਆਤ ਜਿਹੜੀ 2015 ਤੋਂ ਹੋਈ ਸੀਗੀ ਜੀ। ਇਹ ਸੰਸਥਾ ਧਾਰਮਿਕ ਪਾਸੇ ਨੂੰ ਸਮਾਗਮ ਕਰਾਉਣੇ, ਪ੍ਰਚਾਰ ਕਰਨਾ ਪਿੰਡ-ਪਿੰਡ ਜਾ ਕੇ ਜੀ, ਤੇ ਨੌਜਵਾਨ ਇਲਾਕੇ ਦੇ ਇਕੱਠੇ ਹੋ ਕੇ ਕਰਵਾਈ ਸੀ। ਫਿਰ ਜਿਹੜੇ ਨੌਜਵਾਨ ਜਦੋਂ ਪਿੰਡ-ਪਿੰਡ ਜਾਣ ਲੱਗੇ, ਦੇਖਿਆ ਸਾਡੇ ਕੰਢੀ ਏਰੀਏ 'ਚ ਕੋਈ ਰੋਟੀ ਨੂੰ ਵੀ ਤਰਸ ਰਿਹਾ, ਕੋਈ ਦੋ ਵਕਤ ਦੀ ਰੋਟੀ ਨੂੰ ਤਰਸ ਰਿਹਾ, ਕੋਈ ਆਪਣੇ ਨਿਆਣਿਆਂ ਮੂਹਰੇ ਹੱਥ ਫੈਲਾ ਰਿਹਾ। ਅੱਜ ਕੱਲ੍ਹ ਦੇ ਨੌਜਵਾਨ ਜਿਹੜੇ ਕਈ ਉਹ ਆਪਣੀਆਂ ਮਾਵਾਂ ਨੂੰ ਧੱਕੇ ਦੇ ਰਹੇ, ਬਜ਼ੁਰਗਾਂ ਨੂੰ ਧੱਕੇ ਦੇ ਰਹੇ, ਤੇ ਅਸੀਂ ਉਹਨਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ। 2017 'ਚ ਸਾਡੇ ਨਾਲ ਇੱਦਾਂ ਇੱਕ ਘਟਨਾ ਵਾਪਰੀ। ਇੱਕ ਨੌਜਵਾਨ ਮਿਲਿਆ ਪਿੰਡ ਰੂਪੋਵਾਲ ਤੋਂ, ਉਹਨੇ ਟਾਇਲਟ ਬਾਥਰੂਮ ਵਿੱਚ ਕੀਤਾ, ਉਹਨੇ ਬੁਖਾਰ ਚੜਿਆ ਸੀ। ਮੈਂ ਉਹਨੂੰ ਲੈ ਕੇ ਬਹੁਤ ਪਾਸੇ ਘੁੰਮਿਆ, ਥਾਣੇ 'ਚ ਗਿਆ, ਥਾਣੇ ਵਾਲੇ ਕਹਿੰਦੇ ਜਿੱਥੋਂ ਲੈ ਕੇ ਆਇਆ ਛੱਡ ਦੇ। ਉਹ ਬੋਲਦਾ ਚੱਲਦਾ ਕੁਛ ਨਹੀਂ, ਮੈਂਟਲੀ ਅਪਸੈਟ ਸੀ। ਮੈਂ ਕਈਆਂ ਆਸ਼ਰਮਾਂ 'ਚ ਕੰਟੈਕਟ ਕੀਤਾ, ਵੀਰ ਜੀ ਮੇਰੇ ਕੋਲ ਇਹ ਬੰਦਾ ਆ, ਲੈ ਲਓ, ਪਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ। ਹੁਣ ਮੈਂ ਨਾਮ ਕੀ ਲੈਣਾ, ਨਾਮੀ ਆਸ਼ਰਮਾਂ ਨੂੰ ਤੱਕ ਮੈਂ ਕੰਟੈਕਟ ਕੀਤੇ, ਪਰ ਮੇਰੀ ਕਿਸੇ ਨੇ ਬਾਹ ਨਹੀਂ ਫੜੀ। ਫਿਰ ਇੱਦਾਂ ਹੀ ਕਰਦੇ ਕਰਦੇ ਮੈਂ ਇੱਕ ਕਿਰਾਏ ਦੀ ਜਗ੍ਹਾ ਤੇ ਉਹਨੂੰ ਇੱਕ ਖਾਲੀ ਸੀ ਉੱਤੇ ਰੱਖ ਲਿਆ। ਉਹਨਾਂ ਰੈਂਟ ਦੀ ਵੀ ਗੱਲ ਨਹੀਂ ਕੀਤੀ। ਉਹ ਬਾਅਦ 'ਚ 2 ਦਿਨ ਬਾਅਦ ਜਦੋਂ ਸਾਡੇ ਕੋਲ ਕਿਸੇ ਨੇ ਲਿਆ ਹੀ ਨਹੀਂ, ਫਿਰ ਉਹ ਰੈਂਟ ਤੇ ਉੱਪਰ ਹੀ ਜਗ੍ਹਾ ਲੈ ਲਈ। ਕਰਦੇ ਕਰਦੇ ਉਹਦੀ ਉੱਥੇ ਨਲਾਇਆ ਤਲਾਇਆ, ਦਵਾਈ ਉੱਥੋਂ ਜਿਹੜੀ ਸ਼ੁਰੂਆਤ ਹੋ ਗਈ। ਇੱਕ ਮਿਲਿਆ ਇੱਦਾਂ ਨੈੱਟ ਤੇ ਫੇਸਬੁੱਕ ਤੇ ਪਾਇਆ, ਉਹਦੇ ਜਰੀਏ 1 ਮਿਲਿਆ, 2 ਮਿਲਿਆ, ਕਰਦੇ ਕਰਦੇ ਉੱਥੇ 10 ਹੋ ਗਏ। ਫਿਰ ਸਰਦਾਰ ਪੁਰਸ਼ੋਤਮ ਸਿੰਘ ਹੁਣੀ ਬਾਘਾ, ਉਹਨਾਂ ਨੇ ਨੈੱਟ ਤੇ ਦੇਖਿਆ, ਉਹ ਆਏ ਮੇਰੇ ਕੋਲ, ਕਹਿੰਦੇ ਜ਼ਮੀਨ ਮੇਰੇ ਕੋਲ ਹੈਗੀ, ਮੈਂ ਦੇਣਾ ਚਾਹੁੰਦੇ ਹਾਂ। ਉਹਨਾਂ ਦੀ ਫਿਰ ਅੱਜ ਜ਼ਮੀਨ 'ਚ ਉਹ ਨਾਲ ਸੇਵਾਵਾਂ ਕਰ ਰਿਹਾ ਸਰਦਾਰ ਪੁਰਸ਼ੋਤਮ ਸਿੰਘ ਜੀ। ਇਹ ਕੋਈ ਸੋਚ ਨਹੀਂ ਸੀ, ਕੋਈ ਕੁਛ ਨਹੀਂ ਸੀ, ਪਰਮਾਤਮਾ ਰਾਹ ਬਣਾਉਂਦਾ ਗਿਆ, ਅਸੀਂ ਚੱਲਦੇ ਗਏ। ਅੱਜ ਤੁਹਾਡੇ ਸਾਹਮਣੇ ਇੱਕ ਪਰਿਵਾਰ ਦੇ ਰੂਪ 'ਚ ਅਸੀਂ 100 ਜਣਾ ਇੱਥੇ ਰਹਿ ਰਹੇ। ਹੋਰ ਵੀ ਕੋਈ ਸੈਕਸ਼ਨ ਹੈਗਾ ਤਾਂ ਉਹ ਵੀ ਜਰਾ ਦਿਖਾ ਦਿਓ ਵੀ ਅੱਜ ਪੂਰਾ ਤੁਹਾਡਾ ਦੇਖ ਲਿਆ ਵੀ ਕਿੱਦਾਂ ਕਿੱਦਾਂ ਤੁਸੀਂ ਲੋਕਾਂ ਦੀ ਜਿਹੜੀ ਹੈ ਸੇਵਾ ਕਰ ਰਹੇ। ਜੁਰਾਵਰ ਸਿੰਘ ਆ ਜੀ, ਇਹ ਕਿਸੇ ਟਾਈਮ ਦੀ ਇਹਦੇ ਮਾਤਾ ਜੀ 3 ਮਹੀਨੇ ਦਾ ਗਰਭ 'ਚ ਸੀਗਾ ਜੀ, ਜਦੋਂ ਬਾਪ ਨੇ ਕੱਢ ਦਿੱਤਾ ਜੀ ਇਹਨੂੰ ਘਰੋਂ। ਮੇਰਾ ਬੱਚਾ ਨਹੀਂ, ਮਾਂ ਨੂੰ। ਮਾਂ ਦਰ ਦੀਆਂ ਠੋਕਰਾਂ ਲੈ ਕੇ ਇਹਨੂੰ ਬਾਹਰ ਆ ਗਈ ਸੜਕ ਤੇ ਇੱਕ ਬੰਦੇ ਨੇ ਇਹਨਾਂ ਨੂੰ ਦੇਖਿਆ ਵੀ ਇੱਕ ਭੈਣ ਘੁੰਮ ਰਹੀ ਆ, ਉਹਨੂੰ ਰੱਖ ਲਿਆ, ਉਹਦਾ ਮਿਸਯੂਜ਼ ਕਰਨ ਲੱਗ ਪਿਆ, ਉਹਨੂੰ ਉਹਦੇ ਨਾਲ ਧੰਦਾ ਕਰਵਾਉਣ ਲੱਗ ਪਿਆ। ਕਰਦੇ ਕਰਦੇ ਇਹਦਾ ਬੱਚੇ ਦਾ ਜਦੋਂ ਟਾਈਮ ਆਇਆ ਜਨਮ ਲੈਣ ਦਾ, ਭੈਣ ਉਹ ਬਾਥਰੂਮ ਕਰਨ ਤੜਕੇ 4 ਵਜੇ ਬਾਹਰ ਗਈ, ਤੇ ਉੱਥੇ ਬਾਥਰੂਮ ਬੱਚੇ ਨੂੰ ਜਨਮ ਦਿੱਤਾ। ਤੜਕੇ 4 ਵਜੇ ਇੱਕ ਧੁੰਦਾਂ ਦੇ ਦਿਨਾਂ ਦੇ ਵਿੱਚ, ਦੇਖੋ ਪ੍ਰਮਾਤਮਾ ਨੇ ਜਿੱਥੇ ਰੱਖਣਾ, ਤੇ ਇਹ ਬੱਚੇ ਨੂੰ ਜਦੋਂ ਰੱਖਿਆ ਝੁੱਗੀਆਂ ਵਾਲੇ ਨੇ ਚੱਕਿਆ। ਕੋਈ ਦਵਾਈ ਨਹੀਂ, ਕੋਈ ਦਾਰੂ ਨਹੀਂ। ਫਿਰ ਬਾਅਦ ਦੇ ਵਿੱਚ ਉਹ ਬੰਦਾ ਇਹਦਾ ਵੀ ਮਿਸਯੂਜ਼ ਕਰਨ ਲੱਗ ਪਿਆ, ਤੂੰ ਭੀਖ ਮੰਗਾਉਣ ਲੱਗ ਪਿਆ। ਮਾਂ ਤੋਂ ਤਾਂ ਧੰਦਾ ਕਰਵਾਉਂਦਾ ਸੀ। ਕਰਦੇ ਕਰਦੇ ਫਿਰ ਸਾਡੇ ਨੌਲੇਜ 'ਚ ਆਇਆ, ਤੇ ਫਿਰ ਅਸੀਂ ਉਸ ਬੰਦੇ ਦੇ ਨਾਲ ਕਾਰਵਾਈ ਕਰਵਾ ਕੇ ਇਸ ਬੱਚੇ ਨੂੰ ਤੇ ਇਹਦੀ ਮਾਤਾ ਨੂੰ ਇੱਥੇ ਲੈ ਕੇ ਆਏ ਆ। ਇਹ ਜਗਿਆਲ ਪਿੰਡ ਆ ਜੀ, ਇਹਨਾਂ ਦਾ ਪਿੱਛੇ ਮਕੇਰੀਆਂ ਲਾਗੇ ਵਿਆਹ ਕੇ ਭੈਣ ਆਈ ਚਠਿਆਲੀਆਂ ਪਿੰਡ ਨਾਮ ਸਾਬੀ ਦੇ। ਉੱਥੋਂ ਉਹ ਨਾਮ ਦੇ ਬੰਦੇ ਨੂੰ ਮੈਂ ਹੁਣ ਵੀ ਕਾਲ ਕਰਦਾ, ਉਹ ਕਹਿੰਦਾ ਮੇਰੀ ਕੁਛ ਨਹੀਂ ਲੱਗਦੀ। ਪੇਕਿਆਂ ਫੋਨ ਕਰਦਾ, ਉਹ ਕਹਿੰਦੇ ਸਾਡੀ ਕੁਛ ਨਹੀਂ ਲੱਗਦੀ। ਗੱਭੇ ਰੁੜ ਰਹੀ ਭੈਣ, ਇਹ ਬੱਚਾ ਵੀ ਰੁੜ ਰਿਹਾ। ਹੁਣ ਅਸੀਂ ਇਹਨੂੰ ਸੰਸਥਾ ਦੇ ਵਿੱਚ ਇਹਨੂੰ ਜਿਹੜਾ ਆਪਾਂ ਇਲਾਜ ਇਹਦਾ ਮਤਲਬ ਪੂਰਾ ਭੈਣ ਦਾ ਕਰਵਾਇਆ। ਹੁਣ ਦਿਮਾਗੀ ਤੌਰ ਤੇ ਭੈਣ ਠੀਕ ਆ, ਨਿਗਾਹ ਬਿਲਕੁਲ ਜਾ ਚੁੱਕੀ ਆ, ਤੇ ਇਹਦੀ ਜਿਹੜਾ ਸਕੂਲੇ ਜਾਂਦਾ ਪੜ੍ਹਨ ਦੇ ਵਿੱਚ ਇਹਨੂੰ ਲਾਇਆ ਹੋਇਆ ਸੈਂਟ ਸੋਲਜਰ ਸਕੂਲ ਦੇ ਵਿੱਚ। ਹਾਂਜੀ, ਤੁਸੀਂ ਇਹ ਕਿਹਾ ਵੀ ਭੀਖ ਮੰਗਾਉਂਦੇ ਸੀ। ਲੁਧਿਆਣੇ 'ਚ ਜਿਹੜਾ ਹੈ ਨਵਾਂ ਇੱਕ ਮੁਹਿੰਮ ਵੀ ਚਲਾਈ ਗਈ CPL ਲੁਧਿਆਣੇ ਦੇ, ਭੀਖ ਜਿਹੜੇ ਵੀ ਲੋਕ ਮੰਗਦੇ ਆ, ਹੁਣ ਲੁਧਿਆਣੇ 'ਚ ਕੋਈ ਵੀ ਭੀਖ ਨਹੀਂ ਮੰਗੂਗਾ, ਪਰ ਆਮ ਲੋਕਾਂ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰਤਾ। ਤੁਸੀਂ ਇਸ ਤੇ ਕੀ? ਮਾੜੀ ਗੱਲ ਆ ਜੀ। ਦੇਖੋ, ਜਾਂ ਤਾਂ ਜਿਹੜੇ ਭੀਖ ਮੰਗਦੇ ਆ ਨਾ, ਉਹਨਾਂ ਨੂੰ ਪਤਾ ਕੀ ਗੱਲ ਕੀ, ਉਹਨਾਂ ਨੂੰ ਪੂਰੀ ਸਿੱਖਿਆ ਦੇਣੀ ਚਾਹੀਦੀ। ਉਹਨਾਂ ਨੂੰ ਉਹ ਕਿਉਂ ਭੀਖ ਮੰਗ ਰਹੇ, ਇਹਦੀ ਉੱਤੇ ਜੜ ਤੱਕ ਜਾਣਾ ਚਾਹੀਦਾ। ਸਾਨੂੰ ਸਾਡੇ ਪਹਿਲੇ ਪ੍ਰਸ਼ਾਸਨ ਨੂੰ ਜੜ ਤੱਕ ਜਾਣਾ ਚਾਹੀਦਾ, ਉਹਦੀ ਦੇਖਭਾਲ ਕਰਨੀ ਚਾਹੀਦੀ। ਗੱਲ ਕਰਦੇ ਆ ਨਾਲ ਤੁਹਾਡੇ ਅਗਲੇ ਸੈਕਸ਼ਨ 'ਚ ਵੀ ਨਾਲ ਗੱਲਾਂ ਬਾਤਾਂ ਕਰਦੇ ਜਾਂਦੇ ਆ। ਮੈਂ ਆਪਣੇ ਸਾਥੀ ਨੂੰ ਕਹਾਂਗਾ ਜਰਾ ਸਾਡੇ ਤੋਂ ਮਾੜੇ ਆ ਅੱਗੇ ਹੋਣ, ਵੀ ਪਤਾ ਲੱਗ ਸਕੇ, ਵੀ ਨਾਲੋਂ ਨਾਲ ਚੱਲਦੇ ਰਹਿਣ, ਤੇ ਵੀਰ ਨਾਲ ਆਪਾਂ ਚਲਦੇ ਗੱਲ ਕਰਦੇ ਰਵਾਂਗੇ, ਨਾਲ ਦਿਖਾਉਂਦੇ ਰਵਾਂਗੇ। ਤੇ ਇਹਨਾਂ ਦਾ ਉੱਪਰ ਸੈਕਸ਼ਨ ਹੈ, ਲਗਭਗ ਤੁਸੀਂ ਕਿਹਾ ਵੀ 100 ਦੇ ਕਰੀਬ ਨੇ ਕਿ ਇਸ ਤੋਂ ਵੱਧ ਨੇ? 100 ਦੇ ਲਗਭਗ ਹੈਗੇ ਆ ਜੀ। ਇਹਦੇ ਵਿੱਚ 30-35 ਇਹੋ ਜਿਹੇ ਜਿਹੜੇ ਵਿੱਚੇ ਹੀ ਟਾਇਲਟ ਕਰਦੇ, ਵਿੱਚੇ ਹੀ ਬਾਥਰੂਮ, ਉਹਨਾਂ ਦੇ ਉਹ ਇੱਕ ਅਲੱਗ ਸੈਕਸ਼ਨ ਬਣਿਆ ਹੋਇਆ, ਉਹਦੇ ਵਿੱਚ ਹੀ ਉਹ ਰਹਿੰਦੇ, ਡਾਈਪਰ ਲੱਗਦੇ ਆ ਉਹਨਾਂ ਦੇ। 30-35 ਇਹੋ ਜਿਹੇ ਆ। ਬਾਕੀ ਬਜ਼ੁਰਗ ਆ, ਬੱਚੇ ਆ ਇੱਥੇ। ਤੇ ਉਹਨਾਂ ਦੀ ਸੇਵਾ ਕੌਣ ਕਰਦਾ? ਸਾਰੇ ਅਸੀਂ ਰਲ ਮਿਲ ਕੇ ਇੱਕ ਟੀਮ ਬਣੀ ਹੋਈ ਆ ਜੀ। ਮਤਲਬ ਕਈ ਵਾਰੀ ਮਨ 'ਚ ਨਹੀਂ ਆਉਂਦਾ ਯਾਰ ਇਹਨਾਂ ਲੋਕਾਂ ਦੀ ਵੀ ਸੇਵਾ ਕਰਨੀ ਪੈ ਰਹੀ ਹੈ, ਵੀ ਆਪਾਂ ਕਈ ਵਾਰੀ ਨੱਕ ਤੇ ਰੁਮਾਲ ਰੱਖ ਲੈਂਦੇ ਇਹੋ ਜਗ੍ਹਾ ਤੋਂ ਨਿਕਲਦੇ ਆ। ਦੇਖੋ, ਗੱਲ ਕਰੀਏ ਜੀ, ਇਹਨਾਂ ਦਾ ਇੰਨਾ ਸਕੂਨ ਮਿਲਦਾ ਨਾ, ਅੰਦਰੋਂ ਸ਼ਾਂਤੀ ਮਿਲਦੀ। ਅਸੀਂ ਕਿਸੇ ਦੀ ਜ਼ਿੰਦਗੀ ਬਚਦੀ ਆ ਨਾ, ਜਦੋਂ ਕੀੜਿਆਂ ਨਾਲ ਭਰਿਆ ਇੱਕ ਚੱਕਣਾ, ਜਾਂ ਕਿਸੇ ਦਾ ਪਰਿਵਾਰ ਦੇ ਨਾਲ ਬੱਚਾ ਮਿਲਾਉਣਾ, ਤੇ ਉਹਦੀ ਜਿਹੜੀ ਅੰਦਰੋਂ ਖੁਸ਼ੀ ਸਾਨੂੰ ਮਿਲਦੀ ਆ, ਤਾਂ ਸਾਨੂੰ ਪਤਾ ਅਸੀਂ ਉਹ ਇੱਕ ਅਲੱਗ ਚੀਜ਼ ਜਿਹੜੀ ਫੀਲਿੰਗ ਆਉਂਦੀ ਆ, ਅਸੀਂ ਉਸੇ ਚੀਜ਼ ਦੇ ਹੁਣ ਪਿਆਰ ਦੇ ਭੁੱਖਿਆਂ। ਜਦੋਂ ਬੱਚਾ 15-15 16 ਸਾਲਾਂ ਬਾਅਦ ਮਿਲਾਉਂਦੇ, ਕੋਈ 4-4 ਸਾਲ ਬਾਅਦ ਜਦੋਂ ਆਪਣੀ ਫੈਮਿਲੀ ਨਾਲ ਮਿਲਾਉਂਦੇ, ਤੇ ਉਹ ਫਿਰ ਹੁਣ ਵੱਖਰਾ ਹੀ ਉਹਦਾ ਜਿਹੜਾ ਆਉਣ ਲੱਗ ਪਿਆ ਜੀ। ਇਸ ਕਰਕੇ ਅਸੀਂ ਇਹ ਫੈਮਿਲੀ ਦਾ ਕਿੱਦਾਂ ਪਤਾ ਕਰ ਪਾਉਂਦੇ, ਕਿਉਂਕਿ ਇਹ ਲਵਾਰਿਸ ਘੁੰਮ ਰਹੇ ਆ, ਕੋਈ ਕਿਸੇ ਦੀ ਸਟੋਰੀ ਹੁੰਦੀ, ਕਈ ਵਾਰੀ ਦਿਮਾਗੀ ਖਰਾਬ ਹੁੰਦਾ ਤਾਂ ਨਿਕਲ ਜਾਂਦਾ, ਕੋਈ ਲੜ ਕੇ ਘਰੋਂ ਨਿਕਲ ਜਾਂਦਾ,
ਤੁਹਾਨੂੰ ਕਿੱਦਾਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਫੈਮਿਲੀ ਕਿਹੜੀ ਹੈ? ਫੈਮਿਲੀ ਦੇਖੋ ਜੀ, ਸਾਡਾ ਪੇਜ ਬਣਿਆ ਹੋਇਆ ਫੇਸਬੁੱਕ ਬਾਬਾ ਦੀਪ ਸਿੰਘ ਸੇਵਾਦਾਰ ਗੜ੍ਹਦੀਵਾਲਾ ਦੇ ਨਾਂ ਤੇ, ਉਹਦੀਆਂ ਵੀਡੀਓ ਬਹੁਤ ਵਾਇਰਲ ਹੁੰਦੀਆਂ, ਉੱਤੇ ਪਤਾ ਲੱਗ ਜਾਂਦਾ। ਤੇ ਜਾਂ ਫਿਰ ਅਸੀਂ ਸਾਡੇ ਨਾਲ ਕੋਈ ਠੀਕ ਹੋ ਕੇ ਕੋਈ ਮਹੀਨੇ ਬਾਅਦ 2 ਮਹੀਨੇ ਬਾਅਦ ਦਵਾਈ ਚੱਲਦੀ, ਉਹ ਠੀਕ ਹੋ ਆਪਣੇ ਪਰਿਵਾਰ ਬਾਰੇ ਦੱਸ ਦਿੰਦਾ, ਫਿਰ ਅਸੀਂ ਜਿਹੜਾ ਉਹਦੇ ਜਿਹੜਾ ਪਰਿਵਾਰ ਨੂੰ ਲੱਭ ਲਈਦਾ, ਉਹਨੂੰ ਉੱਥੇ ਫਿਰ ਉਹ ਸੰਪਰਕ ਕਰ ਲਈਦਾ। ਅਕਸਰ ਦੇਖਣ ਚ ਆਉਂਦਾ ਹੈ ਵੀ ਤੁਹਾਡੇ ਨਾਲ ਕਿੱਦਾਂ, ਕਈ ਵਾਰੀ ਮਨ ਚ ਆਉਂਦੀ ਹੈ ਵੀ ਕੋਈ ਰੋਡ ਦੇ ਸਾਈਡ ਤੇ ਬੈਠਾ ਤਾਂ ਮੈਂ ਵੀ ਇਹਦਾ ਕੁਝ ਕਰ ਸਕਾਂ, ਬਟ ਫੈਮਿਲੀ ਕਰਕੇ ਜਾਂ ਫੰਡਿੰਗ ਕਰਕੇ ਕੋਈ ਨਹੀਂ ਕਰ ਪਾਉਂਦਾ, ਉਹ ਤੁਹਾਡੇ ਨਾਲ ਕਿੱਦਾਂ ਕੰਟੈਕਟ ਕਰੇ? ਇੱਕ ਹੋਰ ਸਵਾਲ ਮੇਰਾ ਵਿੱਚ ਹੀ ਸਵਾਲ ਪੁੱਛੂੰਗਾ। ਕਈ ਐਨਜੀਓਜ਼ ਵਾਲੇ ਫੇਸਬੁੱਕ ਤੇ ਤਾਂ ਬਹੁਤ ਪੋਸਟਾਂ ਪਾਉਂਦੇ, ਪਰ ਜਦੋਂ ਉਹਨਾਂ ਦੇ ਕਾਲ ਕੀਤੀ ਜਾਂਦੀ ਤਾਂ ਕਾਲ ਨਹੀਂ ਮਿਲਦੀ। ਤੁਹਾਡਾ ਤਾਂ ਨਹੀਂ ਇਹ ਸਾ? ਵੀਰ ਜੀ, ਜਦੋਂ ਮਰਜੀ ਅੱਧੀ ਰਾਤ ਨੂੰ ਵੀ ਤੁਸੀਂ ਕਾਲ ਕਰਕੇ ਦੇਖੋਗੇ ਜਿਹੜੇ ਵੀਰ ਸਾਨੂੰ ਜੁੜੇ ਹੋਏ। ਹੁਣ ਸਿਰਫ ਇਹ ਪ੍ਰੋਬਲਮ ਦੇਖੋ, ਤੁਹਾਡੇ ਸਾਹਮਣੇ ਇੱਕ ਛੋਟਾ ਜਿਹਾ ਇੱਥੇ ਰਹਿਣ ਦੀ ਜਗ੍ਹਾ 17 ਦੀ ਆ ਜੀ, ਅਸੀਂ 100 ਬੰਦੇ ਤੋਂ ਉੱਪਰ ਰੱਖ ਚੁੱਕੇ ਹਾਂ। ਪਰ ਕਰੀਏ ਕਿ ਜਦੋਂ ਸਾਨੂੰ ਕੋਈ ਫੋਨ ਮਾਰਦਾ ਜਾਂ ਸਾਨੂੰ ਕੋਈ ਕਰਦਾ, ਸਾਡਾ ਦਿਲ ਜ਼ਮੀਰ ਇਜਾਜ਼ਤ ਨਹੀਂ ਦਿੰਦਾ ਇੰਨੀ ਠੰਡ ਦੇ ਵਿੱਚ ਕੋਈ ਲਵਾਰਸ ਪਿਆ ਹੋਵੇ। ਅਸੀਂ ਔਖੇ ਹੋ ਲਈਏ ਸੌਖੇ ਹੋ ਲਈਏ, ਅਸੀਂ ਲਿਆ ਕੇ ਲਿਆਉਂਦੇ ਹਾਂ। ਅੱਧੀ ਰਾਤ ਨੂੰ ਵੀ ਤੁਸੀਂ ਫੋਨ ਕਰੋਗੇ, ਚੱਕੀ ਦਾ ਜ਼ਰੂਰ ਆ, ਉਹਦੀ ਪ੍ਰੋਬਲਮ ਜ਼ਰੂਰ ਸੁਣੀ ਦੀ ਆ। ਚਾਹੇ ਜੇ ਸਾਡੇ ਕੋਲ ਕੋਈ ਪ੍ਰੋਬਲਮ ਆ ਨਾ, ਤੇ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਕਰੀਦੀ, ਵੀਰ ਜੀ ਸਾਡੇ ਕੋਲ ਜਗ੍ਹਾ ਘੱਟ ਜਾਂ ਕੁਝ ਹੋਰ ਪਲਾਨ ਕਰੀਦਾ, ਪਰ ਲਵਾਰਸ ਕੁਝ ਸੀਰੀਅਸ ਹੋਵੇ ਜਾਂ ਕੁਝ ਵੀ ਕੋਈ ਕੀੜੇ ਜਾਂ ਕੁਝ ਵੀ ਇਹੋ ਜਿਹਾ ਸੀਰੀਅਸ ਹੋਵੇ, ਅਸੀਂ ਕਦੀ ਵੀ ਉਹਨੂੰ ਵੀਰ ਨੂੰ ਨਹੀਂ ਛੱਡਿਆ, ਚਾਹੇ ਪੰਜਾਬ 'ਚ ਕਿਸੇ ਕੋਨੇ 'ਚ ਹੋਵੇ। ਸਾਡੇ ਨੰਬਰ ਤੇ ਕੋਈ ਵੀ ਵੀਰ ਸੰਪਰਕ ਕਰ ਸਕਦਾ। ਸਾਡਾ ਨੰਬਰ 94172 60895 ਹੈਲਪਲਾਈਨ ਨੰਬਰ ਸਾਡਾ ਹੈਗਾ। ਵੀਰ ਸਾਨੂੰ ਦੇਖ ਕੇ ਬਹੁਤ ਖੁਸ਼ ਹੋ ਰਿਹਾ। ਵੀਰ ਬੋਲ ਸਕਦਾ? ਨਹੀਂ, ਇਹ ਬੱਚਾ ਜੀ ਵਿੱਚ ਵੱਜਾ ਰਿਹਾ ਜੀ, ਇਹ ਜੋ 11-12 ਸਾਲ ਦਾ ਸੀਗਾ, ਇਹਨੂੰ ਬੰਨ ਦਿੱਤਾ ਗਿਆ ਜੀ। ਇਹਦੀਆਂ ਤੁਹਾਨੂੰ ਦੱਸਣਾ ਰੋਡ ਬੱਚਾ ਕੌਲੇ ਦੇ ਨਾਲ ਜਿਵੇਂ ਇੱਕ ਜਾਨਵਰ ਮੰਨਦੇ ਆ ਨਾ, ਉਸ ਟਾਈਮ ਤੇ ਬੱਚਾ ਵੱਜਿਆ ਰਿਹਾ, ਦਿਮਾਗੀ ਤੌਰ ਤੇ ਬਿਲਕੁਲ ਹੀ ਡੈਮੇਜ ਹੋ ਗਿਆ ਜੀ ਬੱਚਾ, ਬਿਲਕੁਲ ਹੀ ਡੈਮੇਜ। ਇੱਥੋਂ ਤੱਕ ਪਰਿਵਾਰਾਂ ਵਾਲੇ ਬੰਨ ਕੇ ਆਹ ਹੁਣ ਦੇਖੋ ਜੀ, ਸਿਮਰਨਜੀਤ ਆ ਜੀ, ਇਹ ਇੱਕ ਡੇਰੇ ਚੋਂ ਛੁਡਵਾਇਆ ਸੀ, ਇਹਦੀ ਪੈਰ ਨੂੰ ਕੜੀ ਲੱਗੀ ਸੀ। ਕਿੱਥੇ ਸਿਮਰਨ ਜੀ ਕੜੀ ਕਿੱਥੇ ਲੱਗੀ? ਇਹਦੇ ਪੈਰ ਨੂੰ ਬੰਨ੍ਹਦੇ ਸੀ, ਦਿਨੇ ਕੰਮ ਕਰਾਉਂਦੇ, ਰਾਤ ਨੂੰ ਬੰਨ੍ਹਦੇ ਸੀ। ਮਤਲਬ ਜਿਨ੍ਹਾਂ ਨੂੰ ਲੋਕ ਇੰਨਾ ਮੰਨਦੇ ਆ, ਜਿਨ੍ਹਾਂ ਨੂੰ ਰੱਬ ਮੰਨਦੇ ਆ, ਉਹ ਇਹ ਹਾਲਾਤ ਕਰਦੇ ਆ ਲੋਕ। ਬਿਲਕੁਲ ਜੀ, ਇਹਦੇ ਪੈਰਾਂ ਨੂੰ ਬੰਨ੍ਹ ਕੇ ਬੇੜੀ ਲਾ ਕੇ ਰੱਖਿਆ ਗਿਆ ਸਿਮਰਨਜੀਤ ਨੂੰ। ਇਹਦੇ ਪਰਿਵਾਰ ਨੇ ਜਦੋਂ ਲੱਭਿਆ, ਇਹਦੇ ਪਰਿਵਾਰ ਨੇ ਵੀ ਲੈਣ ਤੋਂ ਮਨਾ ਕਰ ਦਿੱਤਾ। ਇੱਥੋਂ ਤੱਕ ਹਾਲਾਤ ਆ ਸਾਡੇ ਕੋਲ, ਦੇਖ ਰਹੇ ਕਹਿੰਦੇ ਸਾਡੇ ਤੋਂ ਨਹੀਂ ਸਾਂਭ ਹੁੰਦਾ। ਅੱਜ ਦੇਖੋ ਤੁਹਾਡੇ ਸਾਹਮਣੇ ਬੈਠਾ ਹੋਇਆ, ਸਾਡੇ ਕੋਲ ਤਾਂ ਸਾਂਭ ਹੋ ਜਾਂਦੇ, ਪਰ ਪਰਿਵਾਰ ਵਾਲੇ ਕੋਈ ਇਹੋ ਜਿਹੇ ਪਰਿਵਾਰਾਂ ਦੇ ਵਾਲੇ ਵੀ ਲੋਕ ਹੈਗੇ ਜਿਹੜੇ ਕਹਿੰਦੇ ਆ ਵੀ ਗਲੋਂ ਲਾਉਣ ਵਾਲੀ ਗੱਲ ਕਰਦੇ ਆ। ਇਹ ਵੀ ਰੱਬ ਦੀ। ਸਿਮਰਨਜੀਤ, ਹੁਣ ਇੱਥੇ ਰਹਿੰਦੇ ਹੋ, ਕਿੱਦਾਂ ਦਾ ਲੱਗਦਾ? ਐਨ ਵਧੀਆ ਵਧੀਆ। ਖੁਸ਼ ਰਹਿੰਦੇ ਹੋ ਇੱਥੇ? ਸਾਰਿਆਂ ਨਾਲ ਘੁਲ ਮਿਲ ਕੇ ਰਹਿੰਦੇ ਹੋ? ਹਾਂਜੀ, ਖੁਸ਼ ਰਹਿੰਦੇ। ਬਹੁਤ ਬੰਦੇ ਇਹੋ ਜਿਹੇ ਜੀ, ਆਹ ਦੇਖੋ ਜੀ, ਇੱਧਰ ਆਓ ਜੀ। ਹਾਂਜੀ, ਚੜ੍ਹਦੀ ਕਲਾ। ਹੁਣ ਮੈਂ ਤੁਹਾਨੂੰ ਇੱਕ ਹੋਰ ਗੱਲ ਸੁਣਾਉਣਾ। ਇੱਕ ਸੁਣਾਓ ਬਾਬਾ ਜੀ, ਤੁਸੀਂ ਤੁਹਾਡਾ ਐਕਸਪੀਰੀਅੰਸ ਬਹੁਤ ਲੱਗਦਾ ਪਿਆ। ਭਗਤਾਂ ਨੇ ਰੱਬ ਬਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਭਗਤਾਂ ਨੇ ਰੱਬ ਬਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਜਿਸਨੇ ਵੀ ਪ੍ਰਭੂ ਮਿਲਣ ਦਾ ਮਨ ਦੇ ਵਿੱਚ ਦੀਪ ਜਗਾ ਲਿਆ, ਜਿਸਨੇ ਵੀ ਪ੍ਰਭੂ ਮਿਲਣ ਦਾ ਮਨ ਦੇ ਵਿੱਚ ਦੀਪ ਜਗਾ ਲਿਆ। ਕੱਟ ਕੇ ਸਿਰ ਰੱਖ ਤਲੀ ਤੇ ਭਗਤਾਂ ਨੇ ਪ੍ਰੇਮ ਨਿਭਾ ਲਿਆ। ਪਰ ਭਵ ਜਲ ਤੋਂ ਹੁੰਦੇ ਉਹਦੀਆਂ ਲੱਗ ਜਾਣ ਜੇ ਮੋਰਾਂ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਭਗਤ ਵਿੱਚ ਹੋਵੇ ਰੱਬ ਨੂੰ ਫਿਰ ਆਉਣਾ ਪੈਂਦਾ, ਪ੍ਰੇਮ ਵਿੱਚ ਖਿੱਚ ਹੋਵੇ ਪਾਰ ਭਵ ਜਲ ਤੋਂ ਹੁੰਦੇ ਦੀਆਂ ਲੱਗ ਜਾਣ ਜੇ ਮੋਰਾਂ। ਭਗਤਾਂ ਨੇ ਰੱਬ ਵਸ ਕੀਤਾ, ਪ੍ਰੇਮ ਦੀਆਂ ਪਾ ਕੇ ਡੋਰਾਂ। ਪ੍ਰੇਮ ਦੀਆਂ ਪਾ ਕੇ ਡੋਰਾਂ। ਬਜ਼ੁਰਗਾਂ ਜੀ, ਇਹਨਾਂ ਦੀ ਮੈਂ ਸਟੋਰੀ ਦੱਸਣਾ ਚਾਹੁੰਦਾ ਜੀ। ਮੈਂ ਵੀ ਇਹ ਪੁੱਛਣ ਲੱਗਾ, 3 ਬੜੇ ਮਹੀਨੇ ਖੁਸ਼ ਮਿਸਾਜ ਲੱਗ ਰਹੇ ਇਹ ਜਿਹੜੀ ਹਾਲਾਤ ਚ ਅਸੀਂ ਲੈ ਕੇ ਆਏ ਨਾ ਵੀਰ ਜੀ, ਤੁਸੀਂ ਵੀਡੀਓ ਦੇਖੋਗੇ ਤੁਸੀਂ ਕਹੋਗੇ ਇਹੀ ਬਜ਼ੁਰਗ। ਇਹਨੂੰ ਸੜਕ ਦੇ ਉੱਪਰ ਲੈਣ ਲਾਗੇ ਨਹੀਂ ਕੋਈ, ਰੋੜੇ ਮਾਰਨੇ, ਬੋਤਲਾਂ ਮਾਰਨੀਆਂ। ਇਹ ਇੰਨੇ ਡਿਪਰੈਸ਼ਨ 'ਚ ਜਾ ਚੁੱਕੇ। 3 ਮਹੀਨੇ ਦੀ ਬੱਚੀ ਇਹਨਾਂ ਦੀ ਖੂਹ 'ਚ ਮਿਲੀ, ਤੇ ਉਹ ਔਰਤ ਨੇ ਇਲਜ਼ਾਮ ਲਾਤਾ ਇਹਨਾਂ ਦੀ ਵੀ ਇੰਨੇ ਸਿੱਟੀ। ਪੁਲਿਸ ਇਹਨੂੰ ਚੱਕ ਕੇ ਲੈ ਗਈ। ਬਿਜਲੀ ਬੋਰਡ 'ਚ ਸਡੌਕਰੀ ਕਰਦੇ, ਇਹਨੂੰ ਇੰਨੀ ਮਾਰ ਕਟਾਈ ਕੀਤਾ, ਪੁੱਠਾ ਲਟਕਾ ਕੇ ਕੁੱਟ-ਕੁੱਟੇ ਦੀ ਦਿਮਾਗੀ ਤੌਰ ਤੇ ਡਿਪਰੈਸ਼ਨ 'ਚ ਹੀ ਚਲ ਗਏ। ਮੁੜ ਕੇ ਪਤਾ ਸਾਬਤ ਕੋਈ ਨਹੀਂ ਹੋਇਆ, ਨਹੀਂ ਜ਼ਮਾਨਤ ਹੋ ਗਈ, ਦੋਸ਼ ਨਹੀਂ ਸਾਬਤ ਹੋਇਆ। ਉਹ ਪਤਾ ਨਹੀਂ ਲੱਗਾ ਕਿੰਨੇ ਸਿੱਟੀ, ਪਰ ਇਹ ਤੇ ਇਲਜ਼ਾਮ ਜਿਹੜੇ ਬਜ਼ੁਰਗਾਂ ਦੇ ਬੰਨ ਦਿੱਤਾ ਗਿਆ। ਉਦੋਂ ਦੇ ਡਿਪਰੈਸ਼ਨ 'ਚ ਸੜਕਾਂ ਦੇ ਦਰ ਦੀਆਂ ਠੋਕਰਾਂ ਖਾਣ ਲੱਗ ਪਏ, ਰੋਡ ਤੇ ਰਹਿਣ ਲੱਗ ਪਏ। ਫਿਰ ਸਾਡੇ ਨੂੰ ਪਤਾ ਲੱਗਾ ਸੀ, ਲੈ ਕੇ ਤੁਹਾਡੇ ਸਾਹਮਣੇ ਬਿਲਕੁਲ ਠੀਕ ਠਾਕ ਆ। ਇੱਧਰ ਤੁਹਾਨੂੰ ਮੈਂ ਵੀਰ ਜੀ ਮਿਲਾਉਣਾ ਚਾਹੁੰਦੇ। ਇਹਨਾਂ ਤੁਸੀਂ ਵੀਰ ਜੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਰੌਂਗਟੇ ਖੜਨਗੇ ਵੀ ਅਸੀਂ ਇਹ ਸਾਡੇ ਪੰਜਾਬ ਦੇ ਹਾਲਾਤ ਸੀ। ਇੱਕ ਘਰ ਕਮਰੇ ਦੇ ਵਿੱਚੋਂ ਇਹਨੂੰ ਲੈ ਕੇ ਇਹਨਾਂ ਦੇ ਹੱਥਾਂ 'ਚ ਕੀੜੇ, ਇਹਨਾਂ ਦੇ ਪੈਰਾਂ 'ਚ ਕੀੜੇ, ਪੈਰ 'ਚ ਕੀੜੇ ਬਾਹਰ ਡਿੱਗ ਰਹੇ ਸੀ। ਇਹ ਮੌਤ ਨੂੰ ਆਵਾਜ਼ਾਂ ਮਾਰ ਰਹੇ ਸੀ। ਪ੍ਰਭ ਨੂੰ ਇਹਦੇ ਨਾਲ ਮਾਤਾ ਇਹ ਨੀਂਦ ਦੀਆਂ ਗੋਲੀਆਂ ਦਿੰਦੀ ਸੀ। ਇਹਦੇ ਬਿਲਕੁਲ